ब्रेक तो बाद प्रोग्राम भगत दे मसले की सही की गलत ते तुहाडा निੱਘਾ स्वागत। मैं राम चाहल। ਪਹਿਲਾਂ ਦੀ ਤਰ੍ਹਾਂ ਹਾਲਾਂकि ਸਾਡਾ ਪ੍ਰੋਗਰਾਮ ਹੁੰਦਾ ਵੀਰਵਾਰ ਤੋਂ 7 ਤੋਂ 8, ਲੇਕਿਨ ਮੈਨੇਜਮੈਂਟ ਚਾਹੁੰਦੀ ਹੈ ਕਿ ਜਿਹੜੇ ਦੋ ਮਸਲੇ ਨਵੇਂ ਆਏ ਨੇ ਕਮੇਟੀ ਦੇ, ਅਕਾਲੀ ਦਲ ਤੇ ਬਸਪਾ ਜਿਹੜੀ ਆ ਆਪਸ ਵਿੱਚ ਭਾਈਵਾਲ ਹੋਏ ਨੇ, ਗੱਠਜੋੜ ਹੋਇਆ ਉਹਨਾਂ ਦਾ, ਲੇਕਿਨ ਜੁਆਇਨ ਨਹੀਂ ਕੀਤੀ। ਮੇਰੇ ਸ਼ਾਇਦ ਕਿਸੇ ਸਾਥੀਆਂ ਨੂੰ ਵਹਿਮ ਹੋਵੇ ਕਿ ਜੁਆਇਨ ਕਰਨਾ ਹੁੰਦਾ ਵੀ ਅਸੀਂ ਉਹਦੇ ਵਿੱਚ ਆਪਣੇ ਨੂੰ ਮਰਜ ਕਰ ਲੈਣਾ, ਲੇਕਿਨ ਸਮਝੌਤਾ ਹੁੰਦਾ ਵੀ ਕਿਸੇ ਵੇਲੇ ਵੀ ਟੁੱਟ ਸਕਦਾ। ਜਦੋਂ ਸਾਹਿਬ ਨੇ ਸਮਝੌਤਾ ਕੀਤਾ ਸੀ ਇਵੇਂ ਹੀ ਹੋਇਆ ਸੀ ਉਸ ਵੇਲੇ ਵੀ। ਪਹਿਲਾਂ 6 ਮਹੀਨੇ ਦੀ ਵਾਰੀ ਆਈ ਸੀ, 6 ਮਹੀਨੇ ਦੀ ਵਾਰੀ ਬਹੁਜਨ ਸਮਾਜ ਪਾਰਟੀ ਨੇ ਯੂਪੀ 'ਚ ਲਈ ਸੀ, ਉਦੋਂ ਅਗਲੀ ਵਾਰੀ ਅਸੀਂ ਦਿੱਤੀ ਨਹੀਂ। ਫਿਰ ਦੁਬਾਰਾ ਇਲੈਕਸ਼ਨਾਂ ਹੋਈਆਂ, ਅਸੀਂ ਕਾਫੀ ਉਤਾਹ ਹੋਏ, ਕਰਦਿਆਂ ਕਰਾਉਂਦਿਆਂ ਗੱਲ ਮੁਕਾਈਏ ਤੇ 4-5 ਵਾਰੀ ਅਸੀਂ ਯੂਪੀ ਦੇ ਸਭ ਤੋਂ ਵੱਡੇ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ, ਔਰ ਉੱਥੇ ਅਸੀਂ ਬਹੁਤ ਸੋਹਣੀਆਂ ਚੀਜ਼ਾਂ ਦਿੱਤੀਆਂ ਜਿਹੜੀਆਂ ਪ੍ਰਚਾਰੀਆਂ ਨਹੀਂ ਜਾ ਰਹੀਆਂ। ਜਿਹੜਾ ਮੀਡੀਆ ਜਿਹਨੂੰ ਗੁਰਦੀ ਮੀਡੀਆ ਕਿਹਾ ਜਾ ਰਿਹਾ ਉਹ ਪ੍ਰਚਾਰਿਆ ਨਹੀਂ ਜਾ ਰਿਹਾ। ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ ਜੀ ਚਾਲ ਸਾਹਿਬ। ਜੈ ਗੁਰਦੇਵ ਜੀ। ਬੜੀ ਤੁਹਾਡੀ ਲਾਈਵਲੀ ਡਿਸਕਸ਼ਨ ਚੱਲ ਰਹੀ ਹੈ ਪੋਲਿਟਿਕਸ ਤੇ ਜੀ, ਔਰ ਬੜੇ ਬੜੇ ਵਿਚਾਰ ਆ ਰਹੇ ਆ ਜੀ। ਮੈਨੂੰ ਥੋੜਾ ਟਾਈਮ ਦਿਓ ਤੇ ਮੈਂ ਆਪਣੀ ਗੱਲ ਕਰਨ ਚਾਹੁੰਦਾ। ਜੇ ਤੁਸੀਂ ਹੋਲਡ ਕਰ ਲਓ ਤਾਂ ਮੇਰਾ ਪਹਿਲਾ ਪੁਆਇੰਟ ਜਿਹੜਾ ਉਹ ਸਾਡਾ ਅਸੀਂ ਕਲੀਅਰ ਕਰ ਲਈਏ। ਮੇਰਾ ਜਿਹੜਾ ਟੈਲੀਫੋਨ ਹੈ ਨਾ ਜੀ, ਉਹ ਤੇ ਟਾਈਮ ਲਿਮਿਟ ਹੈ। ਜੀ ਜੀ, ਚਲੋ ਇਸ ਕਰਕੇ ਤੁਸੀਂ 1-2 ਮਿੰਟ 'ਚ ਦੱਸੋ। ਫਿਰ 1-2 ਮਿੰਟ 'ਚ ਨਹੀਂ ਗੱਲ ਹੋਣ ਵਾਲੀ, ਕਿਉਂਕਿ ਤੁਹਾਡੇ ਕੁਐਸਚਨ ਬਹੁਤ ਹੈਗੇ ਆ ਜੀ। ਚਲੋ ਕਰ ਲਓ, ਮਿਹਰਬਾਨੀ ਜੀ। ਗੱਲ ਇਹ ਆ ਕਿ ਪੋਲਿਟਿਕਸ ਦੇ ਵਿੱਚ ਇੱਕ ਹਫ਼ਤਾ ਇਜ਼ ਟੂ ਲੌਂਗ, ਇਹ ਮੰਨਿਆ ਜਾਂਦਾ ਜੀ। ਅੱਜ ਤਕਰੀਬਨ 8 ਮਹੀਨੇ ਪਏ ਆ ਇਲੈਕਸ਼ਨ ਹੋਣ 'ਚ ਜੀ। ਸੋ ਵਾਟਸ ਗੋਇੰ ਟੂ ਹੈਪਨ ਨੋਬਡੀ ਨੋਜ਼ ਜੀ। ਬਿਲਕੁਲ ਬਿਲਕੁਲ। ਦੂਜੀ ਗੱਲ ਇਹ ਆ ਕਿ ਜੋ ਪੰਜਾਬ ਦੇ ਵਿੱਚ ਐਸੀ ਸਥਿਤੀ ਬਣੀ ਹੋਈ ਹੈ ਉਹਦੇ ਮੁਤਾਬਕ ਮਾਇਆਵਤੀ ਜੀ ਨੇ ਇਹ ਸਮਝਿਆ ਕਿ ਅਗਰ ਅਸੀਂ ਅਕਾਲੀ ਦਲ ਨਾਲ ਰਲ ਜਾਈਏ ਤਾਂ ਅਸੀਂ ਆਪਣਾ ਵਕਾਰ ਪੈਦਾ ਕਰ ਸਕਦੇ ਹਾਂ। ਬਿਲਕੁਲ। ਜਿਹਦੇ ਵਿੱਚ ਉਹਨਾਂ ਨੂੰ ਆਸ ਹੈ ਕਿ ਅਕਾਲੀ ਦਲ ਦਾ ਮਿਲ ਕੇ ਅਗਰ ਅਸੀਂ ਥੋੜ੍ਹੀਆਂ ਸੀਟਾਂ ਵੀ ਲੈ ਜਾਈਏ ਤਾਂ ਅਸੀਂ ਉਹਨਾਂ ਨੂੰ ਇਨਫਲੂਐਂਸ ਕਰ ਸਕਦੇ ਕਿ ਗਰੀਬਾਂ ਵਾਸਤੇ ਕੋਈ ਕੰਮ ਕਰਨ ਜੀ, ਚਾਹੇ ਉਹ ਐਜੂਕੇਸ਼ਨ ਦਾ ਮਸਲਾ ਹੋਵੇ, ਚਾਹੇ ਉਹ ਕਾਰੋਬਾਰ ਨੌਕਰੀਆਂ ਦਾ ਮਸਲਾ ਹੋਵੇ ਜੀ। ਕਿਉਂਕਿ ਚੱਲ ਜੀ ਜਿਹੜੀ ਇਕਨੋਮੀ ਆ ਨਾ ਉਹ ਲੋਕਾਂ ਦੇ ਬੇਸ ਕਰਦੀ ਹੈ। ਬਿਲਕੁਲ। ਜੇ ਲੋਕ ਉਸ ਕੰਟਰੀ ਦੇ ਲੋਕ ਬਹੁਤੇ ਤਾਦਾਦ 'ਚ ਗਰੀਬ ਆ ਤੇ ਉਹ ਇਕਨੋਮੀ ਬਹੁਤ ਉੱਪਰ ਕੇ ਨਹੀਂ ਆ ਸਕਦੀ। ਬਿਲਕੁਲ, ਇਹ ਸਾਰਿਆਂ ਦਾ ਮੰਨਣਾ ਹੈ। ਹੁਣ ਗੱਲ ਇਹ ਕੁਐਸਚਨ ਆਇਆ ਸੀ ਕਿ ਚੀਫ ਮਿਨਿਸਟਰ ਬਣਾਉਣਗੇ ਕਿ ਨਹੀਂ ਬਣਾਉਣਗੇ ਜੀ। ਦੇਖੋ, ਲਕਸ਼ਮਣ ਸਿੰਘ ਗਿੱਲ ਦਾ ਤੁਹਾਨੂੰ ਪਤਾ ਹੋਏਗਾ, ਇੱਕ ਮਿਸਾਲ ਐਸਟੈਬਲਿਸ਼ ਹੋ ਚੁੱਕੀ ਹੈ ਜੀ। ਉਹ ਠੇਕੇਦਾਰ ਸੀ, ਅਨਪੜ੍ਹ ਸੀ, ਬਹੁਤਾ ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਲੇਕਿਨ ਉਹ ਦਿਮਾਗੀ ਤੌਰ ਤੇ ਅੱਗੇ ਸੀਗਾ ਤੇ ਕਾਫੀ ਅਮੀਰ ਬਣ ਗਿਆ ਜੀ। ਤਾਂ ਉਹਨੇ ਕਿਹਾ ਵੀ ਮੈਨੂੰ ਚੀਫ ਮਿਨਿਸਟਰ ਬਣਾਓ ਜੀ। ਉਹਨੂੰ ਚੀਫ ਮਿਨਿਸਟਰ ਬਣਾਤਾ, ਪਰ ਤੁਹਾਡੇ ਸਾਹਮਣੇ ਉਹਨੇ ਕੀਤਾ ਕੀ ਜੀ? ਕਿਉਂਕਿ ਜਿਹੜੀ ਮੈਜੋਰਟੀ ਪਾਰਟੀ ਆ ਉਹਨੂੰ ਉਹਦੀ ਗੱਲ ਮੰਨਣੀ ਪੈਣੀ ਸੀ, ਲੇਕਿਨ ਬਹੁਤ ਜ਼ਿਆਦਾ ਇਨਫਲੂਐਂਸ ਨਹੀਂ ਕ੍ਰੀਏਟ ਕਰ ਸਕਿਆ। ਮੈਨੂੰ ਸ਼ੱਕ ਹੋ ਸਕਦੀ ਹੈ ਕਿ ਗਿੱਲ ਵੇਲੇ ਸੜਕਾਂ ਜ਼ਰੂਰ ਪੰਜਾਬ ਦੀਆਂ ਬਣੀਆਂ। ਦੇਖੋ, ਕੁਛ ਵੀ ਬਣਿਆ ਹੋਵੇ, ਮੈਂ ਇਹ ਨਹੀਂ ਕਹਿੰਦਾ ਜੀ, ਪਰ ਮੈਂ ਕਹਿੰਦਾ ਕਿ ਪਾਲਿਸੀ ਮੇਕਿੰਗ ਦੀ ਗੱਲ ਕਰ ਰਿਹਾ ਮੈਂ ਜੀ ਜੀ ਜੀ। ਕਿਉਂਕਿ ਗੱਲ ਅਖੀਰ ਪਾਲਿਸੀ ਮੇਕਿੰਗ ਤੇ ਹੋਣੀ ਆ ਕਿ ਅਗਰ ਪਾਲਿਸੀਆਂ ਬਣੀਆਂ ਤਾਂ ਉਹ ਕਿਹਦੀ ਫੇਵਰ 'ਚ ਜਾਣਗੀਆਂ। ਕਿਆ ਬੀਐਸਪੀ ਅਕਾਲੀ ਦਲ ਨੂੰ ਕਨਵਿੰਸ ਕਰ ਸਕੇਗੀ ਪੂਰੇ ਤੌਰ ਤੇ ਕਿ ਇਹ ਜਿਹੜੇ ਅਸੀਂ ਚਾਹੁੰਦੇ ਆ ਉਹ ਹੋਣੀਆਂ ਚਾਹੀਦੀਆਂ? ਇਹ ਕ੍ਰਕਸ ਆਫ ਦ ਮੈਟਰ ਹੈ। देखो, अकाली दल जड़ा है, अकाली पार्टी को बहुत अभी स्ट्रॉन्ग पार्टी नहीं है इस वेले, उसकी हालत बहुत मंदी है। इस करके क्योंकि बीजेपी नाल समझौता टुटा और अपनी जान बचाने वास्ते उन्होंने किसानों का फैसला किया। मैं कल या परसों, शायद कल की गल है, एक टैलीविजन पे प्रोग्राम देख रहा था, ਜਿਹੜੇ ਕਿਸਾਨ ਮੋਰਚੇ ਦੇ ਬੈਠੇ ਆ ਜੀ, ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਆਪਣੇ ਬੰਦੇ ਖੜੇ ਕਰਨੇ ਆ ਜੀ ਇਲੈਕਸ਼ਨ ਦੇ ਵਿੱਚ। ਸੋ ਆਬਵੀਅਸਲੀ ਇਹ ਜਿਹੜੀ ਪੋਲਿਟਿਕਸ ਜਿਹੜੀ ਗੁੰਝਲਦਾਰ ਬਣ ਰਹੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤਾਂ ਬੀਐਸਪੀ ਕਾਮਯਾਬ ਹੋ ਜਾਂਦੀ ਆਪਣੇ ਬੰਦਿਆਂ ਨੂੰ ਥੋੜੇ ਉਹ ਕਾਮਯਾਬ ਕਰਨ ਦੇ ਵਿੱਚ, ਤੇ ਉਹਨਾਂ ਵਾਸਤੇ ਵੱਡੀ ਇੱਕ ਕਿਸਮ ਦੀ ਕਾਮਯਾਬੀ ਹੋਏਗੀ ਜਿਹੜੀ ਕਿ ਪਹਿਲਾਂ ਨਹੀਂ ਦੇਖਣ 'ਚ ਆਈ। ਔਰ ਜੇ ਉਹਨਾਂ ਦਾ ਮਿਸ਼ਨ ਇਹ ਹੈ ਕਿ ਅਸੀਂ ਗਰੀਬਾਂ ਦਾ ਫਾਇਦਾ ਕਰਨਾ ਤੇ ਉਹਦੇ ਵਿੱਚ ਉਹ ਆਪਣਾ ਯੋਗਦਾਨ ਪਾ ਸਕਦੇ, ਬਸ਼ਰਤੇ ਕਿ ਇਹ ਦੋਨੇ ਪਾਰਟੀਆਂ ਵਰਸੇ ਇਕਦਾਰ ਹੋ ਜਾਣ।
ਇਟ ਹੈਜ਼ ਟੂ ਬੀ ਸੀਨ ਕਿ ਕਾਮਯਾਬ ਹੁੰਦੇ ਕਿ ਨਹੀਂ ਹੁੰਦੇ, ਕਿਉਂਕਿ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਕਾਫੀ ਸਟਰੋਂਗ ਆ। ਇਹ ਠੀਕ ਹੈ ਕਿ ਅੱਜ ਕੱਲ੍ਹ ਉਹਨਾਂ ਦੇ ਝਗੜਾ ਚੱਲ ਰਿਹਾ, ਪਰ ਦੈਟਸ ਨਾਈਦਰ ਹੇਅਰ ਨੋਰ ਦੇਅਰ। ਉਹਨਾਂ ਦਾ ਆਪਣਾ ਨਿੱਜੀ ਮਾਮਲਾ ਹੈ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਲੈਟਸ ਸੀ ਵਾਟ ਹੈਪਨਸ। ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਪਿਆਰੇ ਦਰਸ਼ਕੋ, ਇਹ ਗੱਲ ਫਿਰ ਉੱਥੇ ਆਉਂਦੀ ਆ ਕਿ ਜੋ ਸਮਝੌਤਾ ਹੋਇਆ ਉਹਨੂੰ ਦੇਖਣ ਦਿਓ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਫੇਸਬੁੱਕ ਦੇ ਉੱਤੇ ਜ਼ਿਆਦਾ ਭਾਵੁਕ ਨਾ ਹੋਵੋ। ਜੋ ਵੀ ਹੋ ਰਿਹਾ ਇਹ ਇਸ ਵੇਲੇ ਤਾਂ ਦੋਨਾਂ ਦੀ ਗੱਲ ਇਹ ਆ ਵੀ ਭੁੱਖੇ ਨੂੰ ਬਾਤ ਪਾਈ ਕਹਿੰਦਾ ਰੋਟੀ, ਔਰ ਦੋਨਾਂ ਕੋਲ ਇਸ ਵੇਲੇ ਰੋਟੀ ਸਵਾਲ ਆ। ਔਰ ਜਾਣ ਦਿਓ ਜਿੱਦਾਂ ਵੀ ਜਾ ਰਿਹਾ, ਕਿਉਂਕਿ ਇਹ ਬਿਨਾਂ ਸ਼ੱਕ ਅਸੀਂ ਬਹੁਤ ਕੰਮ ਕੀਤਾ। ਮੈਂ ਹੁਣ ਇੰਡੀਵਿਜੂਅਲੀ ਗੱਲ ਕਰਦਾ, ਬਹੁਜਨ ਸਮਾਜ ਪਾਰਟੀ ਬਹੁਤ ਕੰਮ ਕੀਤਾ, ਪੱਲੇ ਕੁਛ ਨਹੀਂ ਪਿਆ। ਪੱਲੇ ਦਾ ਮਤਲਬ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਹੋਇਆ, ਸ਼ਾਇਦ ਹੁਣ ਹੋ ਜਾਏ। ਸਵਾਲ ਤੁਹਾਡੇ ਲਈ ਸੀ ਜੀ ਜਿਹੜਾ ਉੱਥੇ ਖੜਾ ਕਿ ਪਬਲਿਕ ਸੈਕਟਰ ਜਿਹੜੇ ਆ ਉਹਨਾਂ ਦਾ ਨਿੱਜੀਕਰਨ ਹੋਇਆ। ਹਾਂਜੀ ਚਾਹਲ ਜੀ, ਆਪਾਂ ਫਿਰ ਇੱਕ ਵਾਰੀ ਦੁਬਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨਾਲ ਜੁੜੇ ਆ ਜੀ। ਸੋ ਪਬਲਿਕ ਸੈਕਟਰ ਦੀ ਗੱਲ ਹੋ ਰਹੀ ਸੀ। ਪਬਲਿਕ ਸੈਕਟਰ ਨੂੰ ਨਿੱਜੀਕਰਨ ਜਿਹੜਾ ਉਹਦਾ ਕੀਤਾ ਜਾ ਰਿਹਾ, ਕਿੱਦਾਂ ਇਹ ਬੀਜੇਪੀ ਗੌਰਮੈਂਟ ਆ ਉਹ ਪ੍ਰਾਈਵੇਟ ਜਿਹੜੇ ਅਦਾਰੇ ਆ ਉਹਨਾਂ ਨੂੰ ਵੇਚ ਰਹੀ ਆ, ਉਹਦੀ ਆਪਾਂ ਗੱਲ ਕਰ ਰਹੇ ਸੀ ਜੀ। ਕਿਉਂਕਿ ਦੇਖੋ ਚਾਹਲ ਜੀ, ਇਹ 1991 ਦੇ ਵਿੱਚ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀਗੀ, ਆਪਾਂ ਪਹਿਲਾਂ ਵੀ ਗੱਲ ਕਰ ਲਈ ਆ ਵੀ ਉਸ ਟਾਈਮ ਵਿੱਤ ਮੰਤਰੀ ਸਾਡੇ ਮਨਮੋਹਨ ਸਿੰਘ ਸੀਗੇ, ਜਿਹੜੇ ਡਾਕਟਰ ਮਨਮੋਹਨ ਸਿੰਘ ਜਾਣੀ ਕਿ ਪ੍ਰਧਾਨ ਮੰਤਰੀ ਰਹਿ ਚੁੱਕੇ ਆ। ਸੋ ਉਹਨਾਂ ਦੇ ਟਾਈਮ 'ਤੇ ਜਿਹੜੇ ਇਹ ਪਾਲਿਸੀਆਂ ਬਣੀਆਂ ਆ, ਉਹ ਪਾਲਿਸੀਆਂ ਦਾ ਹੀ ਅੱਜ ਜਿਹੜੇ ਸਿੱਟੇ ਆ ਉਹ ਸਾਡੇ ਸਾਹਮਣੇ ਆ ਰਹੇ ਆ, ਜਿਹੜੇ ਕਿ ਬੀਜੇਪੀ ਅੱਜ ਲਾਗੂ ਕਰ ਰਹੀ ਆ। ਦੇਖੋ ਬੀਜੇਪੀ ਨੇ ਛੱਡਿਆ ਕੁਛ ਨਹੀਂ। ਸਾਡਾ ਜਿਹੜਾ ਪਬਲਿਕ ਸੈਕਟਰ ਆ ਉਹਦਾ ਨਿੱਜੀਕਰਨ ਇਸ ਵੱਡੇ ਪੱਧਰ 'ਤੇ ਹੋ ਰਿਹਾ ਆ ਕਿ ਤੁਸੀਂ ਗੱਲ ਹੀ ਛੱਡ ਦਿਓ। ਸਾਡੇ ਦੇਖੋ ਚਾਹੇ ਉਹ ਏਅਰਪੋਰਟ ਆ ਉਹ ਵੇਚੇ ਜਾ ਰਹੇ ਆ, ਚਾਹੇ ਉਹ ਰੇਲਵੇ ਸਟੇਸ਼ਨ ਵੇਚਤੇ, ਰੇਲਵੇ ਲਾਈਨਸ ਵੇਚ ਦਿੱਤੀਆਂ, ਚਾਹੇ ਉਹ ਸੜਕਾਂ ਵੇਚੀਆਂ ਜਾ ਰਹੀਆਂ ਚਾਹਲ ਜੀ, ਚਾਹੇ ਉਹ ਲਾ ਲਓ ਦੇਖ ਲਓ ਟੋਲ ਪਲਾਜ਼ੇ ਕਿੱਦਾਂ ਲੱਗੇ ਹੋਏ ਆ, ਰਾਈਟ। ਫਿਰ ਬੰਦਰਗਾਹਾਂ ਵੇਚ ਦਿੱਤੀਆਂ, ਬੱਸਾਂ ਵੇਚੀਆਂ ਜਾ ਰਹੀਆਂ, ਹੋਰ ਜਿਹੜੇ ਈਵਨ ਇੱਥੋਂ ਤੱਕ ਵੀ ਜਿਹੜੇ ਸਾਡੇ ਫੌਜ ਦੇ ਅਸਲਾ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਸੀਗੀਆਂ, ਫੈਕਟਰੀਆਂ ਸੀਗੀਆਂ, ਉਹਨਾਂ ਦਾ ਵੀ ਨਿੱਜੀਕਰਨ ਹੋ ਰਿਹਾ ਜੀ। ਜਾਣੀ ਇਸ ਹੱਦ ਤੱਕ ਅਸੀਂ ਪਹੁੰਚ ਗਏ ਹਾਂ। ਦੇਖੋ ਇਹ ਸਾਰੇ ਹੀ ਜਿਹੜੇ ਢੁੰਜ ਸੀਗੇ, ਸਾਰਾ ਕੁਛ ਹੀ ਹੈ ਇਹ ਪਹਿਲਾਂ ਯੂਰਪ ਨੇ, ਚਾਹੇ ਉਹ ਅਮਰੀਕਾ ਚਾਹੇ ਇੰਗਲੈਂਡ ਹੋਵੇ, ਇਹਨਾਂ ਨੇ ਇਹ ਨਿੱਜੀਕਰਨ ਕਰਕੇ ਦੇਖ ਚੁੱਕੇ ਆ ਤੇ ਇਹਨਾਂ ਦਾ ਸਾਰਾ ਕੁਛ ਉਹ ਸਟਰਕਚਰਲੀ ਜਿਹੜਾ ਢਾਂਚਾ ਹੈ ਸਾਰਾ ਫੇਲ ਹੋਇਆ। ਸੋ ਫੇਲ ਹੋਣ ਦੇ ਬਾਵਜੂਦ ਵੀ ਦੇਖੋ ਕਿੱਦਾਂ ਇਹਨਾਂ ਦੀਆਂ ਵੱਡੀਆਂ ਕੰਪਨੀਆਂ ਫਿਰ ਸਾਡੀ ਕੰਟਰੀ ਦੇ ਵਿੱਚ ਗਈਆਂ, ਹੁਣ ਜਾ ਰਹੀਆਂ। ਇਹਨਾਂ ਨੇ ਆਪਣੀਆਂ ਕੰਟਰੀਆਂ ਨੂੰ ਸਬਸਿਡੀਆਂ ਦੇ ਕੇ ਜਦੋਂ ਇਹ ਫੇਰ ਮੁੜ ਕੇ ਵੱਡੀਆਂ ਕੰਪਨੀਆਂ ਨੂੰ ਲਾਈਨ 'ਤੇ ਲਿਆਂਦਾ, ਹਜ਼ਾਰਾਂ ਕਰੋੜਾਂ ਡਾਲਰਾਂ ਦੀ ਪਾਉਂਡਾਂ ਦੀ ਫੰਡਿੰਗ ਕਰਕੇ, ਤਾਂ ਫਿਰ ਇਹ ਜਿਹੜੀਆਂ ਕੰਪਨੀਆਂ ਨੂੰ ਇਹ ਲਾਈਨ 'ਤੇ ਲਿਆ ਕੇ ਤਾਂ ਲੋਕਾਂ ਦੀ ਜਿਹੜੀ ਇੰਪਲੋਇਮੈਂਟ ਆ ਉਹ ਫਿਰ ਤੋਂ ਵਧਾਈ। ਹੁਣ ਦੇਖੋ ਗੱਲ ਇਹਦੇ ਨਾਲ ਜੁੜੀ ਹੋਈ ਆ ਵੀ ਜੇ ਸਾਡੇ ਪ੍ਰਾਈਵੇਟ ਸੈਕਟਰ ਹੋ ਜਾਊਗਾ, ਸਾਰਾ ਕੁਝ ਸਰਕਾਰੀ ਜਿਹੜਾ ਢਾਂਚਾ ਵੇਚ ਦਿੱਤਾ ਜਾਊਗਾ, ਉਹਦੇ ਨਾਲ ਜਿਹੜੀ ਵੱਧ ਖਤਰੇ ਦੀ ਗੱਲ ਆ ਉਹ ਇਹ ਆ ਵੀ ਜਿਹੜੀ ਇੰਪਲੋਇਮੈਂਟ ਆ ਉਹ ਸਾਡੀ ਖਤਮ ਹੋ ਰਹੀ ਆ। ਸਾਡੇ ਜਿਹੜੇ ਨਵੇਂ ਜੰਗ ਮੁੰਡੇ ਕੁੜੀਆਂ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਦੀਆਂ ਜਿਹੜੀਆਂ ਜੌਬਾਂ ਆ ਉਹ ਖਤਰੇ 'ਚ ਜਾ ਰਹੀਆਂ। ਜਿਸ ਕਰਕੇ ਸਾਡੇ ਦੇਸ਼ ਦੇ ਉੱਤੇ ਇਹ ਜਿਹੜਾ ਖਤਰਾ ਮੰਡਰਾ ਰਿਹਾ, ਉਹਦੇ ਕਾਰਨ ਆਹੀ ਨੇ। ਕਿਉਂਕਿ ਇੰਪਲੋਇਮੈਂਟ ਦੇਖੋ ਇੱਕ ਸਾਈਕਲ ਆ, ਇੰਪਲੋਇਮੈਂਟ ਨਹੀਂ ਹੋਊਗੀ ਤਾਂ ਦੇਸ਼ ਤਰੱਕੀ ਕਿੱਦਾਂ ਕਰੂਗਾ। ਸੋ ਇਹ ਜਿਹੜੀਆਂ ਕੰਪਨੀਆਂ ਨੇ ਇਹ ਜਿੱਥੇ 10 ਬੰਦਿਆਂ ਦੇ ਕੰਮ ਜਿਹੜੇ ਕਰ ਸਕਦੇ ਆ, ਉੱਥੇ ਇਹ ਕੀ ਕਰਨਗੇ, ਇਹ ਕਟੌਤੀ ਉਹਨਾਂ ਦੀ ਕਰਕੇ 4 ਜਾਂ 3 ਜਣਿਆਂ ਤੋਂ ਕੰਮ ਲੈਣਾ ਸ਼ੁਰੂ ਕਰਨਗੇ। ਤਾਂ ਜਿਹੜਾ ਸ਼ੁਰੂ ਕਰ ਦਿੱਤਾ ਭਾਰਤ ਦੇ ਵਿੱਚ, ਜਿਹੜੀ ਇਹ ਮੰਦਭਾਗੀਆਂ ਖਬਰਾਂ ਜਿਹੜੀ ਇਹ ਦੇਣ ਆ ਸਾਡੀ ਕਾਂਗਰਸ ਦੀ ਦਿੱਤੀ ਹੋਈ ਆ, ਜਿਹੜੀ ਇਹ ਬੀਜੇਪੀ ਲਾਗੂ ਕਰ ਰਹੀ ਹੈ। ਚਾਲ ਜੀ ਬਿਲਕੁਲ ਜੀ, ਸਿੱਟੇ ਨਜ਼ਰ ਆ ਰਹੇ ਨੇ। ਸਿੱਟੇ ਕੀ ਕਾਂਗਰਸ ਨੇ ਕੀ ਦਿੱਤਾ, ਉਹਦੇ ਸਿੱਟੇ ਜਿਹੜੇ ਆ ਉਹ ਲੇਖਰਾਜ ਜੀ ਵੱਲ ਜਾਣਗੇ। ਪਹਿਲਾਂ ਕਾਲ ਦੇਖਦੇ ਆ ਕੀ ਕਹਿੰਦੇ ਨੇ। ਜੈ ਗੁਰਦੇਵ ਜੀ, ਕੁਝ ਕਾਲਾਂ ਬਹੁਤ ਜੀ। ਤੁਹਾਨੂੰ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਿਰਫ ਇੱਕੋ ਹੀ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਹਾਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ ਹੈਗਾ, ਸਮਝੌਤਾ ਹੋਇਆ ਹੈਗਾ। ਦੇਖੋ ਵੀਰ ਜੀ, ਗੱਲ ਇਹ ਸੀਗੀ, ਅੱਜ ਸਾਡੇ ਕੋਲ ਮੌਕਾ ਸੀਗਾ, ਅਸੀਂ ਇੰਨੇ ਸਾਲਾਂ ਤੋਂ ਸਟਰਗਲ ਕਰਦੇ ਆ ਰਹੇ ਹੈਗੇ ਆ, ਸਾਨੂੰ ਸਾਡਾ ਆਪਣਾ ਜਿਹੜਾ ਮੂਲ ਅਧਿਕਾਰ ਪੰਜਾਬ ਵਿੱਚ ਅੱਜ ਤੱਕ ਨਹੀਂ ਮਿਲਿਆ ਹੈਗਾ, ਔਰ ਸਾਨੂੰ ਹਰ ਵਕਤ ਹੀ ਲਤਾੜਿਆ ਜਾਂਦਾ ਹੈਗਾ ਆ, ਹਰ ਵਕਤ ਹੀ ਬੇਪਤੀ ਕੀਤੀ ਜਾਂਦੀ ਹੈਗੀ ਆ। ਅੱਜ ਇਹਨਾਂ ਨੇ ਤਾਸ਼ ਦਾ ਪੱਤਾ ਖੇਡਿਆ ਹੈਗਾ ਆ। ਮੈਂ ਨਹੀਂ ਚਾਹੁੰਦਾ, ਮੇਰੀ ਸੋਚ ਇਹ ਹੈਗੀ ਆ ਕਿ ਮਾਨਸ ਕੀ ਜਾਤ ਸਭ ਕੇ ਪਹਿਚਾਨ ਲੋ। ਜੇ ਅਕਾਲੀ ਦਲ ਨੂੰ ਅੱਜ ਲੋੜ ਪਈ ਆ ਬਸਪਾ ਦੀ ਜਾਂ ਕਿਸੇ ਹੋਰ ਦੇ ਨਾਲ ਵੀ ਉਹ ਗੱਠਜੋੜ ਕਰ ਸਕਦੇ ਸੀਗੇ, ਤੇ ਮੈਂ ਨਹੀਂ ਚਾਹੁੰਦਾ ਕਿ ਉਹ 20% ਜਿਹੜਾ ਉਹਨਾਂ ਨੇ ਸਾਡੇ ਲਈ ਰੱਖਿਆ ਹੈਗਾ, ਮੈਂ ਇਹਦੇ ਨਾਲ ਸਹਿਮਤ ਨਹੀਂ। ਇੱਥੇ 50-50 ਹੋਣਾ ਚਾਹੀਦਾ ਸੀਗਾ। ਇਹ ਜਿਹੜਾ ਪੱਤਾ ਉਹਨਾਂ ਨੇ ਬਾਦਸ਼ਾਹ ਔਰ ਜੱਕੇ ਦਾ ਖੇਡਿਆ ਹੈਗਾ ਆ,
ਕਿ ਤੁਹਾਨੂੰ ਅਸੀਂ ਡਿਪਟੀ CM ਬਣਾਵਾਂਗੇ ਜਾਂ ਕੁਝ ਕਰਾਂਗੇ। ਇਹ ਵੀਰ ਜੀ ਤੁਸੀਂ ਅੱਜ ਨਹੀਂ ਤੇ ਕੱਲ ਇਹਦਾ ਨਤੀਜਾ ਖੁਦ ਆਪ ਹੀ ਦੇਖ ਲਿਓ। ਇਹਦੇ ਵਿੱਚ ਉਹਨਾਂ ਦੇ ਅੰਦਰ ਕਿਹੜੀ ਐਸੀ ਚਾਲ ਹੈਗੀ ਆ ਜੋ ਮੇਰੀਆਂ ਨਜ਼ਰਾਂ ਤਾਂ ਦੇਖ ਸਕਦੀਆਂ, ਪਰ ਸਾਨੂੰ ਇਸ ਲਾਲਸਾ ਦੇ ਵਿੱਚ ਨਹੀਂ ਫਸਣਾ ਚਾਹੀਦਾ, ਕਿਉਂਕਿ ਸਾਡੇ ਜਿਹੜੇ ਅਸੀਂ ਲੋਹ ਵਰਗ ਦੇ ਲੋਕੀ ਹੈਗੇ ਆ, ਸਾਡੀ ਗਿਣਤੀ 35% ਤੋਂ 40% ਤੱਕ ਹੈਗੀ ਆ। ਲੇਕਿਨ ਦੁੱਖ ਦੀ ਇੰਨੀ ਗੱਲ ਹੈਗੀ ਆ ਕਿ ਸਾਡੇ ਵਿੱਚ ਆਪਸੀ ਇਤਫਾਕ ਨਹੀਂ ਹੈਗਾ ਜੀ, ਕਿਉਂਕਿ ਯੂਪੀ ਦੇ ਵਿੱਚ ਅਸੀਂ ਬਹੁਤ ਰੰਗ ਦਿਖਾਏ ਹੈਗੇ ਆ। ਸਾਡੇ ਕੀਤੇ ਹੋਏ ਭਲੇ ਦੇ ਕੰਮਾਂ ਨੂੰ, ਜੋ ਅਸੀਂ ਦੇਸ਼ ਦੇ ਲਈ ਕੀਤੇ, ਉਹਨਾਂ ਲੋਕਾਂ ਲਈ ਕੀਤੇ ਜੋ ਜਿਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਅਸੀਂ ਪੂਰਾ ਕੀਤਾ, ਉਹਨਾਂ ਨੂੰ ਇਹਨਾਂ ਨੇ ਅਖੋਲੋ ਕਰ ਦਿੱਤਾ। ਪੰਜਾਬ ਦੇ ਵਿੱਚ ਵੀਰ ਜੀ ਤੁਸੀਂ ਸ਼ਾਇਦ ਮੈਨੂੰ ਜਾਣਦੇ ਆ, ਮੈਂ ਰਣਧੀਰ ਸਿੰਘ ਸੰਧੂ ਬੋਲਦਾ, ਆਪਾਂ ਕਈ ਵਾਰੀ ਮੁਲਾਕਾਤ ਵੀ ਹੋਈ ਹੈ ਜੀ ਸਰ, ਹੁਣ ਤੇ ਅਰਸਾ ਹੋ ਗਿਆ। ਜਿਹੜੀ ਗੱਲ ਮੈਂ ਕਰਨੀ ਇਹ ਚਾਹੁੰਦਾ ਆ ਵੀ ਸਾਡੇ ਲਈ ਇਹ ਬਹੁਤ ਡੂੰਘਾਈ ਦੇ ਨਾਲ ਸੋਚਣਾ ਪਊਗਾ ਕਿ ਜਿਹੜਾ ਅਸੀਂ ਫੈਸਲਾ ਲਿਆ ਆ ਇਹ 20% ਦਾ, ਹਾਲੇ ਕੋਈ ਜਿੱਤਿਆ ਨਹੀਂ ਹੈਗਾ, ਕਿਹਨੇ ਜਿੱਤਣਾ ਹੈ ਕਿਹਨੇ ਨਹੀਂ ਜਿੱਤਣਾ, ਇਹ ਇੱਕ ਜਿਹੜੀ ਖੇਡ ਇਸ ਵੇਲੇ ਚੱਲ ਰਹੀ ਆ ਪੰਜਾਬ ਦੇ ਵਿੱਚ, ਇਹਦੇ ਵਿੱਚ ਹਾਲੇ ਬਹੁਤ ਕੁਝ ਹੋਣਾ ਹੈ। ਕਿਸੇ ਨੇ ਇੱਧਰੋਂ ਭੱਜਣਾ, ਕਿਸੇ ਨੇ ਉੱਧਰੋਂ ਭੱਜਣਾ। ਜਿਹੜੇ ਲੀਡਰ ਆ, ਰਾਜਸੀ ਲੀਡਰ ਆ, ਚਾਹੇ ਉਹ ਛੋਟੇ ਆ ਚਾਹੇ ਵੱਡੇ ਆ ਵੀਰ ਜੀ, ਉਹ ਆਪਣਾ ਜਿਹੜਾ ਮੁਫਾਦ ਦੇਖ ਰਹੇ ਹੈਗੇ ਆ, ਫਾਇਦਾ ਦੇਖ ਰਿਹਾ ਵੀ ਉਹਨਾਂ ਨੇ ਗਾਹਾਂ ਜ਼ਿੰਦਗੀ ਦੇ 10 ਜਾਂ 15 ਸਾਲ ਕਿੱਦਾਂ ਗੁਜ਼ਾਰਨੇ ਆ, ਉਹਨਾਂ ਦੀ ਕਿੱਥੇ ਲੋੜਾਂ ਪੂਰੀਆਂ ਹੋ ਸਕਦੀਆਂ, ਉਹ ਸਾਰੇ ਇਹ ਰਾਜਸੀ ਚਾਲਾਂ ਖੇਡ ਰਹੇ ਆ। ਮੈਂ ਸਾਰੇ ਵੀਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਆ ਕਿ 20% ਜਿਹੜਾ ਆ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਅਕਾਲੀਆਂ ਦੇ ਨਾਲ ਸੁਖਬੀਰ ਬਾਦਲ ਦਾ ਜਿਹੜਾ ਦਲ ਹੈਗਾ ਆ, ਉਹਦੇ ਨਾਲ ਸਾਨੂੰ 50-50 ਦੇ ਲਈ ਉਹਨਾਂ ਦੇ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਸੀ। ਜੇ ਹੁਣ ਵੀ ਹੋ ਸਕਦੀ ਹੈ ਤਾਂ ਵੀ ਇੱਕ ਬਹੁਤ ਵੱਡੀ ਗੱਲ ਹੋ ਗਈ। ਤੇ ਮੈਂ ਪੰਜਾਬ ਦੇ ਭਲੇ ਲਈ ਹਮੇਸ਼ਾ ਹੀ ਦੁਆ ਕਰਦਾ ਹਾਂ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਜਿਹੜੀ ਲਿਆ ਸਕੀਏ। ਦੂਸਰੀ ਜਿਹੜੀ ਕੇਂਦਰ ਦੀ ਸਰਕਾਰ ਹੈ ਵੀਰ ਜੀ, 1960 ਤੋਂ ਲੈ ਕੇ ਉਹਨਾਂ ਦਾ ਜਿਹੜਾ ਟੀਚਾ ਇਹ ਹੀ ਆ ਕਿ ਪੰਜਾਬ ਨੂੰ ਹਰ ਵਰਗ ਤੋਂ, ਐਜੂਕੇਸ਼ਨ ਵਰਗ ਤੋਂ, ਅਨਪਲਾਇਮੈਂਟ ਵਰਗ ਤੋਂ, ਨੌਕਰੀਆਂ ਦੇ ਵਰਗ ਤੋਂ ਖੋਖਲਾ ਕੀਤਾ ਜਾਵੇ। ਕਦੀ ਧਰਮ ਦੇ ਨਾਂ ਤੇ ਲੜਾਈ, ਕਦੀ ਸਿਆਸਤ ਦੇ ਨਾਂ ਤੇ ਲੜਾਈ। ਅੱਜ ਤੱਕ ਸਾਡੇ ਜਿਹੜੇ ਪੰਜਾਬ ਦੇ ਬੱਚੇ ਆ, ਆਪਾਂ ਤਾਂ ਲੋਕਾਂ ਨੇ ਰਲ ਬੜੀ ਮਿਹਨਤ ਕਰਕੇ BA MA ਕਰ ਲਈਆਂ ਜੀ। ਅੱਜ ਦਾ ਬੱਚਾ ਜਿਹੜਾ ਉਹ 10+2 ਤੇ ਆ ਕੇ ਅਟਕ ਗਿਆ ਹੈਗਾ ਉੱਥੇ। ਥੈਂਕ ਯੂ ਜੀ। ਮੇਰਾ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਪਊਗਾ। ਸਾਡੀ ਵਿੱਦਿਆ ਵੀ ਜਾ ਰਹੀ ਹੈ ਸਾਡੇ ਕੋਲੋਂ, ਸਾਡੀ ਜ਼ਮੀਨ ਵੀ ਜਾ ਰਹੀ ਹੈ ਸਾਡੇ ਕੋਲੋਂ, ਔਰ ਜਿੰਨਾ ਵੀ ਆ ਪੂੰਜੀਵਾਦ ਅਦਾਰਾ ਆ ਉਹ ਇਹਦੇ ਵਿੱਚ ਦਖਲ ਦੇਣ ਲੱਗ ਪਿਆ ਆ। ਮੈਨੂੰ ਡਰ ਆ ਕਿ ਪੰਜਾਬ ਜਿਹੜਾ ਆ ਜੋ ਉਹਨਾਂ ਨੇ ਸੋਚ ਰਿਹਾ ਉਹ ਨਾ ਹੋ ਜਾਵੇ। ਲੇਕਿਨ ਫਿਰ ਵੀ ਸਾਡੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ, ਉਹਦਾ ਵੀ ਕੋਈ ਨਾ ਕੋਈ ਅਸਰ ਹੋਵੇਗਾ। ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਹੀ ਸ਼ੁਕਰੀਆ ਸਾਥੀ ਸੰਧੂ ਜੀ। 20% ਹੀ ਹਜੇ ਮਿਲ ਜਾਏ। ਪਹਿਲਾਂ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਲੱਗਦਾ, ਉਹ ਛੋਟੀ ਜਿਹੀ ਗੱਲ ਤੋਂ ਫਿਰ ਉੱਪਰ ਹੁੰਦਾ ਜਾਂਦਾ। ਕਿਉਂਕਿ ਮੈਂ ਨਸ਼ੇ ਨੂੰ ਪ੍ਰਮੋਟ ਨਾ ਕਰਦਾ ਹੋਇਆ ਕਿਸੇ ਹੋਰ ਤਰੀਕੇ ਨਾਲ ਇਹ ਗੱਲ ਕਰ ਲਾਂ ਕਿ ਮੈਂ ਇੰਡੀਵਿਜੂਅਲੀ ਗੱਲ ਕਰਦਾ ਕਿ ਨਿਊਜ਼ਪੇਪਰ ਇੱਥੇ ਕੱਢਿਆ ਔਰ 15 ਸਾਲ ਕੱਢਿਆ, ਗਾਂ ਵੀ ਜਨਵਰੀ ਫਰਵਰੀ ਸ਼ੁਰੂ ਹੋ ਜਾਣਾ। ਸਾਡੀ ਜਿਹੜੀ 50 ਹੋਲਡ ਕਰਨਾ ਜੀ, 52% ਤੁਸੀਂ ਕਹਿੰਦੇ ਨਾ, ਔਰ ਦੂਸਰੇ ਪਾਸੇ 2% ਜਿਨ੍ਹਾਂ ਕੋਲ ਅਸੀਂ 50% ਮੰਗਣਾ ਚਾਹੁੰਦੇ, ਉਹ 2% ਜਿੱਥੇ ਵੀ ਜਾਂਦੇ ਆ ਉਹ ਇੰਨਾ ਸਾਧਨ ਇਕੱਠਾ ਕਰ ਲੈਂਦੇ ਆ ਕਿ 42% ਨਹੀਂ ਕਰ ਸਕਦੇ। ਮੇਰੇ ਉਹ ਲੋਕ ਜਿਨ੍ਹਾਂ ਦੇ ਵਿੱਚ ਮੈਂ ਵਿਚਰਿਆ, ਮੇਰੀ ਨਿਊਜ਼ਪੇਪਰ ਵਿਚਰਿਆ, ਜਿਨ੍ਹਾਂ ਕੋਲ ਅਖਬਾਰਾਂ ਦੇ ਵਿੱਚ ਅਸੀਂ ਐਡ ਤਾਂ ਲਾ ਲੈਂਦੇ, ਬਾਅਦ ਵਿੱਚ 100 ਵਾਰੀ ਫੋਨ ਕਰਨਾ ਪੈਂਦਾ। ਔਰ ਇਹ ਸਮਾਂ ਜਦੋਂ ਅਸੀਂ ਕਿਤੇ ਕੋਈ ਐਡ ਵੀ ਲਾਈ ਹੁੰਦੀ, ਲਿਫਾਫੇ 'ਚ ਪਾ ਕੇ ਰੱਖਿਆ ਹੁੰਦਾ। ਸੋ ਹਜੇ ਉਹ ਗੱਲ ਨਹੀਂ ਹੈ। ਸਾਨੂੰ ਪਹਿਲਾਂ ਤਾਂ 42% ਵੈਸੇ ਤੁਸੀਂ 25 ਤੋਂ 32 ਤੱਕ ਦੀ ਗੱਲ ਕਰਦੇ ਹਾਂ। ਸਾਡੇ ਜਿਹੜੇ 42% ਦੇ ਲੋਕ ਉਹ ਆਪਣੀ ਜੇਬ ਨੂੰ ਖੋਲ੍ਹਣ, ਚਾਹੇ ਕੋਈ ਵੀ ਅਦਾਰਾ ਹੋਵੇ ਜਾਂ ਕਿਤੇ ਵੀ ਕੋਈ ਲੋੜ ਹੋਵੇ, ਜਿੰਨੀ ਦੇਰ ਸਾਡੇ ਸਾਧਨ ਨਹੀਂ ਬਦਲਣਗੇ ਅਸੀਂ ਤਰੱਕੀ ਨਹੀਂ ਕਰਾਂਗੇ। ਤੁਹਾਡੇ ਸਵਾਲਾਂ ਦਾ, ਤੁਹਾਡੇ ਵਿਚਾਰਾਂ ਦਾ ਅਸੀਂ ਕਦਰ ਕਰਦੇ ਹਾਂ। ਸੋ ਇੱਕ ਕਾਲ ਆ ਜੀ, ਜੇ ਇੱਕ ਅੱਧੇ ਮਿੰਟ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਜੈ ਗੁਰਦੇਵ ਜੈ ਭੀਮ ਜੀ, ਔਰ ਸਤਿ ਸ੍ਰੀ ਅਕਾਲ ਚਾਲ ਸਾਹਿਬ। ਇਹ ਜੀ ਸਤਿ ਸ੍ਰੀ ਅਕਾਲ। ਜੇ ਤੁਸੀਂ 2-4 ਮਿੰਟ ਰੁਕ ਲਓ, ਮਤਲਬ ਹੋਲਡ ਕਰ ਲਓ। ਕੋਈ ਨੋ ਪ੍ਰੋਬਲਮ ਜੀ, ਨੋ ਪ੍ਰੋਬਲਮ, ਮੈਂ ਹੋਲਡ ਕਰਦਾ। ਆਪਣੇ ਲੇਖਰਾ ਜੀ, ਸਿੱਟੇ ਜਿਹੜੇ ਕਾਂਗਰਸ ਦੇ ਇਹਨਾਂ ਨੇ ਕਿਹਾ ਸੀ ਨਜ਼ਰ ਆਉਣਗੇ ਛੇਤੀ, ਜੋ ਵੀ ਨਜ਼ਰ ਆ ਰਹੇ ਨੇ ਜੀ। ਇਹ
ABCD ਜਾਣੀ BJP, ਕਾਂਗਰਸ, ਆਮ ਪਾਰਟੀ ਤੇ ਅਕਾਲੀ ਦਲ ਜੀ। ਜੇਕਰ ਅਸੀਂ ਧਿਆਨ ਦੇ ਨਾਲ ਦੇਖੀਏ, ਜਿਹੜਾ ਕਾਂਗਰਸ 'ਚ ਬੈਠੇ ਲੋਕ ਆ ਉਹ ਕਦੀ BJP 'ਚੋਂ ਆਏ ਸੀ, ਜਿਹੜੇ BJP 'ਚ ਬੈਠੇ ਲੋਕ ਆ ਉਹ ਕਦੀ ਕਾਂਗਰਸ 'ਚੋਂ ਆਏ ਸੀ। ਬਹੁਤੇ ਕਾਂਗਰਸ ਵਾਲੇ ਵੀ ਅਕਾਲੀਆਂ 'ਚ ਚਲੇ ਗਏ, ਅਕਾਲੀਆਂ ਵਾਲੇ ਵੀ ਕਾਂਗਰਸ ਚਲੇ ਗਏ, ਆਪ ਵਾਲਾ ਵੀ ਕਦੀ ਆ ਗਿਆ ਕਦੀ ਚਲ ਗਿਆ, ਆਪ ਵਾਲੇ ਵੀ ਕਦੀ ਉਧਰ। ਇਹ ਜਿਹੜੀ ਜਿਨ੍ਹਾਂ ਨੇ ਮਿਸ਼ਨ ਤਾਂ ਕੋਈ ਮੈਨੂੰ ਨਜ਼ਰ ਨਹੀਂ ਆ ਰਿਹਾ। ਜੀ ਚਾਲ ਸਾਹਿਬ ਜੀ, ਇੱਕ ਵਾਰੀ ਬ੍ਰੇਕ ਤੋਂ ਬਾਅਦ ਫਿਰ ਕਾਂਚੀ TV ਦੇਖ ਰਹੇ ਦਰਸ਼ਕਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਸੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆ ਵੀ ਇਹ ਜਿਹੜੀਆਂ ਪਾਰਟੀਆਂ ਆ ਇਹ ABC, ਅਸੀਂ ਇਹਨੂੰ ਮਤਲਬ ਕਾਂਗਰਸ ਦੀ ਜਿਹੜੀ ਹੈ B ਟੀਮ ਜਿਹੜੀ BJP ਕਹਿੰਦੇ ਆ, ਅਤੇ BJP ਦੀ ਜਿਹੜੀ C ਟੀਮ ਅਸੀਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਆ। ਸੋ ਕਾਂਗਰਸ, BJP ਜਾਂ ਆਮ ਆਦਮੀ ਪਾਰਟੀ ਇੱਕੋ ਥਾਲੀ ਦੇ ਚੱਟੇ ਵੱਟੇ ਆ। ਇਹ ਜਿਹੜੇ ਆ ਇਹਨਾਂ ਦੀ ਜਿਹੜੀ ਆ ਨੁਮਾਇੰਦਗੀ ਆ ਜਾਂ ਜਿਹੜੀ ਕਮਾਂਡ ਆ ਇੱਕ ਬ੍ਰਾਹਮਣ ਦੇ ਹੱਥ ਆ, ਇੱਕ ਜਿਹੜੇ 15% ਜਰਨਲ ਕੈਟਾਗਰੀ ਲੋਕ ਉਹਨਾਂ ਦੇ ਹੱਥ ਆ, ਅਤੇ 85% ਜਿਹੜੇ ਲੋਕ ਆ ਉਹਨਾਂ ਨੂੰ ਗੁੰਮਰਾਹ ਕਰਨ ਦੇ ਲਈ ਹਰ ਵਾਰੀ ਇਹ ਆਪਣਾ ਰੂਪ ਬਦਲ ਕੇ ਆਉਂਦੀਆਂ ਆ। ਸੋ ਪਿਛਲੇ ਸਮੇਂ ਦੀਆਂ ਉਦਾਹਰਨਾਂ ਇਹੀ ਆ ਕਿ ਬਹੁਤ ਸਾਰੇ MLA MP ਕਾਂਗਰਸ ਦੇ ਵਿੱਚੋਂ ਛੱਡ ਕੇ ਅਤੇ BJP 'ਚ ਜਾ ਕੇ ਦੁੱਧ ਧੋਤੇ ਬਣ ਗਏ। ਉੱਥੇ ਉਹਨਾਂ ਨੂੰ ਮਨਿਸਟਰੀਆਂ ਵੀ ਮਿਲ ਗਈਆਂ, ਉੱਥੇ ਉਹਨਾਂ ਨੂੰ ਟਿਕਟਾਂ ਵੀ ਮਿਲ ਗਈਆਂ। ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆ। ਸੋ ਆਮ ਆਦਮੀ ਪਾਰਟੀ ਦੀ ਉਦਾਹਰਨ ਆਪਾਂ ਦੇਖ ਸਕਦੇ ਦਿੱਲੀ ਦੇ ਵਿੱਚ 2019 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸਪਸ਼ਟ ਬਹੁਮਤ ਨਾਲ ਇਹਨਾਂ ਦੀ ਆਪਣੀ ਸਰਕਾਰ ਆ, 67 ਇਹਨਾਂ ਦੇ MLA ਆ ਤੇ ਇੱਕ ਵੀ MP ਨੇਗਾ। MP ਇਹਨਾਂ ਨੇ ਜਿਤਾਤੇ BJP ਨੂੰ, ਤੇ ਜਿਹੜੀ ਵਿਧਾਨ ਸਭਾ ਦਿੱਲੀ ਦੀ ਆ ਮੁੱਖ ਮੰਤਰੀ ਉਹ ਕੁਰਸੀ ਆਪਦੇ ਕੋਲ ਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋ ਰਿਹਾ, ਇਸੇ ਤਰ੍ਹਾਂ ਬਾਕੀ ਸਟੇਟਾਂ 'ਚ ਆ। ਸੋ ਕਾਂਗਰਸ, BJP ਤੇ ਆਮ ਆਦਮੀ ਪਾਰਟੀ ਇਹ ਸਾਡੇ ਲਈ ਤਿੰਨੇ ਇੱਕ ਬਰਾਬਰ ਹੈ। ਜੀ ਚਾਲ ਸਾਹਿਬ ਜੀ। ਬਲਵੀਰ ਜੀ, ਹਾਂਜੀ, ਕੁਲਵੰਤ ਜੀ ਨੇ ਕਿਹਾ ਕਿ ਸਿੱਟੇ ਜਿਹੜੇ ਤੁਸੀਂ ਦੇਖੋਗੇ ਔਰ ਦੇਖ ਵੀ ਰਹੇ ਨੇ। ਲੇਖਰਾਜ ਜੀ ਨੇ ਕਿਹਾ ਕਿ ABC ਪਾਰਟੀਆਂ ਜਿਹੜੀਆਂ ਸਾਰੀਆਂ ਇੱਕੋ ਜਿਹੀਆਂ ਨੇ। ਤੁਸੀਂ ਲੇਖਰਾਜ ਜੀ ਦੇ ਇਸ ਕੁਐਸਚਨ ਦੇ ਉੱਤੇ ਕਿਵੇਂ ਰੇਟ ਕਰੋਗੇ? ਆਪਣੇ ਆਪ ਨੂੰ ਕਿਵੇਂ ਦੱਸੋਗੇ ਕਿ ਨਹੀਂ ਅਸੀਂ BJP ਵਾਲੇ ਨਹੀਂ ਗਏ, ਅਸੀਂ ਆਪ ਵਾਲੇ ਨਹੀਂ, ਅਕਾਲੀ ਦਲ ਵਰਗੇ ਨਹੀਂ ਗਏ? ਤੁਹਾਡੇ ਕੋਲੋਂ ਕਿਹੜੇ ਵਿਚਾਰ? ਦੇਖੋ, ਕਾਂਗਰਸ ਪਾਰਟੀ ਦਾ ਆਪਣਾ ਵਜੂਦ ਹੈ ਜੀ। ਕਾਂਗਰਸ ਪਾਰਟੀ ਦੇ ਬੰਦੇ ਤੁਸੀਂ ਕਹਿੰਦੇ ਛੱਡ ਕੇ BJP ਵਿੱਚ ਗਏ। BJP ਦੇ ਵਿੱਚ ਮੈਂ ਤਾਂ ਕੋਈ ਅੱਜ ਤੱਕ ਮੇਰੇ ਨੌਲੇਜ ਦੇ ਹਿਸਾਬ ਨਾਲ ਤਾਂ ਕੋਈ ਐਡੇ ਖਾਸ ਬੰਦੇ ਮੈਂ ਦੇਖੇ ਨਹੀਂ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ BJP ਵਿੱਚ ਵੀ ਜਾਂਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਹੋਣ। ਹਾਂ, ਉਹਨਾਂ ਨੂੰ ਆਪ ਹਵਾ ਕੋਈ ਸਕਦਾ, ਲੇਕਿਨ ਜਾਣ ਦੀ ਤਾਂ ਮੇਰਾ ਖਿਆਲ ਨਹੀਂ ਹੈ ਕੋਈ ਕਾਂਗਰਸ ਦੇ ਵਿੱਚੋਂ ਛੱਡ ਕੇ, ਕਿਉਂਕਿ ਕਾਂਗਰਸ ਪਾਰਟੀ ਆਪਣੇ ਆਪ ਹੀ ਸਟਰੋਂਗ ਪਾਰਟੀ ਹੈ, ਉਹਨੂੰ ਛੱਡ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ। ਫੋਰ ਐਗਜ਼ਾਮਪਲ, ਜਿੱਦਾਂ ਹੁਣ ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਵੀ ਨਵਜੋਤ ਸਿੰਘ ਸਿੱਧੂ ਛੱਡ ਕੇ ਕੱਲ੍ਹ ਨੂੰ ਜਾਂ ਪਰਸੋਂ ਕਦੇ ਨਾ ਕਿਸੇ ਹੋਰ ਪਾਰਟੀ ਵਿੱਚ ਜਾ ਰਿਹਾ। ਕਦੇ ਕਹਿੰਦੇ ਕੇਜਰੀਵਾਲ ਨਾਲ ਇਹਦੀ ਮੁਲਾਕਾਤ ਹੋ ਗਈ, ਕਦੇ ਕਿਸੇ ਨਾਲ ਹੋ ਗਈ। ਪਰ ਮੈਂ ਤੁਹਾਨੂੰ ਦੱਸਦਾ, ਜਿੰਨਾ ਸਿੰਸੀਅਰ ਬੰਦਾ ਨਵਜੋਤ ਸਿੰਘ ਸਿੱਧੂ ਹੈਗਾ, ਉਹਨੂੰ ਸਭ ਕੁਝ ਪਤਾ ਬਈ ਉਹ ਕਦੀ ਵੀ ਕਾਂਗਰਸ ਨੂੰ ਛੱਡ ਕੇ ਨਹੀਂ ਜਾਏਗਾ ਉਹਦੇ ਵਿੱਚ, ਕਿਉਂਕਿ ਸਾਰੀ ਕਾਂਗਰਸ ਕੀ ਸਾਰਾ ਪੰਜਾਬ ਹੀ ਉਹਨੂੰ ਪਿਆਰ ਕਰਦਾ। ਇਸ ਕਰਕੇ ਕਿਉਂ ਉਹਨੂੰ ਕੀ ਲੋੜ ਹੈ ਕਾਂਗਰਸ ਨੂੰ ਛੱਡ ਕੇ ਫਿਰ ਜਾ ਕੇ ਹੋਰ ਪਾਰਟੀ ਬਣਾਉਂਦਾ ਫਿਰੂਗਾ ਜਾਂ ਹੋਰ ਕਿਸੇ ਪਾਰਟੀ ਵਿੱਚ ਜਾਂਦਾ ਫਿਰੂਗਾ। ਆਪਾਂ ਦੇਖ ਹੀ ਲੈਂਦੇ ਹਾਂ ਹੋਰ ਪਾਰਟੀ। ਹੁਣ ਖਹਿਰਾ ਸਾਹਿਬ ਵੀ ਗਏ ਸੀ ਹੋਰ ਪਾਰਟੀ ਵਿੱਚ ਛੱਡ ਕੇ। तो ਜਿਹੜਾ ਇਨਸਾਨ ਆਪਣੀ ਪਾਰਟੀ ਦਾ ਨਹੀਂ ਹੋ ਸਕਿਆ ਤਾਂ ਦੂਸਰੀ ਪਾਰਟੀ ਵਿੱਚ ਜਾ ਕੇ ਕੀ ਸਵਾਲ ਦਊਗਾ। ਸੋ ਇਹ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਬਹੁਤ ਮਿਹਰਬਾਨੀ ਜੀ। ਗੁਰਪ੍ਰੀਤ ਸੰਧੀ ਜੀ, ਬਾਂਸੀ ਜੀ, ਜੀ ਤੁਸੀਂ ਆਉਣੇ ਰਾਜੀ ਬਾਂਸੀ ਸਾਹਿਬ। ਬਹੁਤ ਮਿਹਰਬਾਨੀ ਚਾਲ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਮੈਨੂੰ ਸਮਾਂ ਦੇਣ ਲਈ। ਔਰ ਮੈਂ ਧੰਨਵਾਦੀ ਹਾਂ ਕਾਂਚੀ ਟੀਵੀ ਦਾ ਖਾਸ ਤੌਰ ਤੇ ਜੀ। ਔਰ ਕਾਂਚੀ ਟੀਵੀ ਦੀ ਟੀਮ ਸਾਰੀ ਵਧਾਈ ਦੀ ਪਾਤਰ ਹੈ ਜਿਹੜੀ ਹਮੇਸ਼ਾ ਗਰਾਊਂਡ ਤੇ ਜੁੜੇ ਜਿਹੜੇ ਮਸਲੇ ਆ ਉਹਨੂੰ ਡਿਸਕਸ ਕਰਦੀ ਆ ਆਪਣੇ ਪ੍ਰੋਗਰਾਮਾਂ ਦੇ ਵਿੱਚ। ਚਾਲ ਸਾਹਿਬ ਤੁਸੀਂ ਔਰ ਸਾਰੇ ਜਿਹੜੇ ਮਹਿਮਾਨ ਸਾਹਿਬਾਨ ਹੈਗੇ ਆ, ਲੇਖਰਾ ਜੱਖੂ ਜੀ ਆ, ਬਲਵੀਰ ਸਿੰਘ ਮੰਡੇਰ ਸਾਹਿਬ ਆ, ਔਰ ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਸਾਥੀ ਭਗਵਾਨ ਜੀ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਤਿਕਾਰ ਸਹਿਤ ਜੈ ਭੀਮ ਜੈ ਭਾਰਤ, ਸਤਿ ਸ਼੍ਰੀ ਅਕਾਲ ਜੀ। ਔਰ ਚਾਲ ਸਾਹਿਬ ਇਹ ਜਿਹੜਾ ਵਿਸ਼ਾ ਹੈਗਾ ਆ ਪੰਜਾਬ ਨੂੰ ਲੈ ਕੇ, ਪੰਜਾਬ ਦੀਆਂ ਚੋਣਾਂ ਨੂੰ ਲੈ ਕੇ, ਔਰ ਖਾਸ ਤੌਰ ਤੇ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਸਮਝੌਤੇ ਨੂੰ ਲੈ ਕੇ ਬੜੀਆਂ ਡੂੰਘੀਆਂ ਵਿਚਾਰਾਂ ਹੋ ਰਹੀਆਂ। ਔਰ ਮੰਡੇਰ ਸਾਹਿਬ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਆ, ਓਵਰਸੀਜ਼ ਦੇ ਪ੍ਰਧਾਨ ਹੈਗੇ ਆ। ਮੈਂ ਸਮਝਦਾ, ਮੇਰਾ ਆਪਣਾ ਮਨਸ਼ਾ ਹੈਗਾ, ਮੇਰੀ ਆਪਣੀ ਵਿਚਾਰ ਹੈ ਕਿ ਪੰਜਾਬ ਨੇ ਦੇਖ ਲਿਆ, ਦੇਸ਼ ਨੇ ਵੀ ਦੇਖ ਲਿਆ ਕਾਂਗਰਸ ਨੂੰ। ਜਿਵੇਂ ਮੰਡੇਰ ਸਾਹਿਬ ਨੇ ਕਿਹਾ ਕਿ 1947 ਤੋਂ ਕਾਂਗਰਸ ਦੇਸ਼ ਨੂੰ ਸੰਭਾਲ ਰਹੀ ਹੈ ਜੀ। ਪਹਿਲੀ ਗੱਲ ਕਿ ਕਾਂਗਰਸ ਨੇ 1947 ਵਿੱਚ ਵੋਟਾਂ ਵੇਲੇ ਵੋਟਾਂ ਬਣਾ ਕੇ, ਵੋਟਾਂ ਪਾ ਕੇ ਸਰਕਾਰ ਨਹੀਂ ਬਣੀ, ਉਹ ਸਿਰਫ ਪਾਵਰ ਟਰਾਂਸਫਰ ਹੋਈ ਸੀ।
ਯਾਨੀ ਬਿਨਾਂ ਵੋਟਾਂ ਤੋਂ ਸਰਕਾਰ ਬਣੀ, ਉਸ ਕੋਈ ਇਲੈਕਸ਼ਨ ਨਹੀਂ ਸੀ ਹੋਇਆ ਜਦੋਂ ਜਵਾਹਰ ਲਾਲ ਨਹਿਰੂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਦਾ। ਬਿਲਕੁਲ। ਤੋ ਕਾਂਗਰਸ ਦੇਸ਼ ਦੇ ਵਿੱਚ ਕਿਉਂਕਿ ਸੱਤਾ ਦੇ ਵਿੱਚ ਪਹਿਲੇ ਦਿਨ ਤੋਂ ਹੀ ਆ, ਉਸ ਵੇਲੇ ਤਾਜ਼ਾ ਕੋਈ ਹੋਰ ਵਿਰੋਧ ਹੈ ਨਹੀਂ ਸੀ। ਅਗਰ ਜੇ ਕੋਈ ਜਾਗਦੀ ਜ਼ਮੀਰ ਵਾਲਾ ਉਸ ਵੇਲੇ ਦਾ ਰਹਿਬਰ ਸੀ ਤਾਂ ਉਹ ਡਾਕਟਰ ਅੰਬੇਡਕਰ ਸੀ ਜੀ। ਡਾਕਟਰ ਅੰਬੇਡਕਰ ਆਜ਼ਾਦੀ ਤੋਂ ਪਹਿਲਾਂ ਵੀ ਗੋਰਿਆਂ ਨੂੰ ਕਹਿੰਦਾ ਰਿਹਾ ਕਿ ਅਸੀਂ ਉੱਥੋਂ ਦੀ ਦੋਹਰੀ ਗੁਲਾਮੀ ਦੇ ਸ਼ਿਕਾਰ ਹੈ। ਇੱਕ ਤਾਂ ਅੰਗਰੇਜ਼ੋ ਤੁਹਾਡੀ ਗੁਲਾਮੀ ਕਰ ਰਹੇ ਆ, ਇੱਕ ਉੱਥੋਂ ਦੀ ਮਨੂਵਾਦੀ ਵਿਵਸਥਾ ਦੀ ਗੁਲਾਮੀ ਕਰ ਰਹੇ ਜੀ। ਤੇ ਗਾਂਧੀ ਕਹਿੰਦਾ ਸੀਗਾ ਅੰਗਰੇਜ਼ਾਂ ਨੂੰ ਕਿ ਇਹ ਮਨੂਵਾਦੀ ਵਿਵਸਥਾ ਵੱਲ ਅੰਗਰੇਜ਼ੋ ਤੁਸੀਂ ਦੇਖੋ ਨਾ, ਬਿਲਕੁਲ ਇਹ ਮਨੂਵਾਦੀ ਵਿਵਸਥਾ ਇਸ ਦੇਸ਼ ਦੇ ਵਿੱਚ ਅਸੀਂ ਖਤਮ ਨਹੀਂ ਹੋਣ ਦੇਣੀ। ਇਹ ਗਾਂਧੀ ਕਾਂਗਰਸ ਦੇ ਜਿਹੜਾ ਕਾਂਗਰਸ ਦਾ ਜਿਹਨੂੰ ਕਹਿ ਲਓ ਕਿ ਸਿਰਜਕ ਆ, ਉਹਦੀ ਸੋਚ ਆ ਜੀ। ਹੁਣ ਜੇ ਕਾਂਗਰਸ ਦੇ ਸਿਰਜਕ ਦੀ ਇਹ ਸੋਚ ਹੈ ਤਾਂ ਫਿਰ ਕਾਂਗਰਸ ਦੀ ਕੀ ਸੋਚ ਹੋਊਗੀ, ਆਪਾਂ ਇਸ ਤੋਂ ਸੋਚ ਸਕਦੇ ਹਾਂ। ਕਾਂਗਰਸ ਕਦੇ ਵੀ ਦੇਸ਼ ਨੂੰ ਇੱਕ ਅੱਖ ਨਾਲ ਜਿਹਨੂੰ ਕਹਿੰਦੇ ਦੇਖਣਾ, ਉਹ ਨਹੀਂ ਦੇਖ ਰਹੀ। ਕਾਂਗਰਸ ਜਿਵੇਂ ਜੱਖੂ ਸਾਹਿਬ ਨੇ ਕਿਹਾ ਕਿ ਇਹ ਮਨੂਵਾਦੀ ਵਿਚਾਰਧਾਰਾ ਦੀ ਇੱਕ ਸਿਰਜਕ ਆ। ਇਸੇ ਤਰੀਕੇ ਨਾਲ ਜੱਖੂ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ BJP ਆ, ਨੋ ਡਾਊਟ ਉਹ ਕਾਂਗਰਸ ਨੂੰ ਸੌਫਟ ਬ੍ਰਾਹਮਣ ਦੇ ਤੌਰ ਤੇ ਦੇਖਦੀ ਆ। BJP ਇਸ ਵੇਲੇ ਕੱਟੜ ਬ੍ਰਾਹਮਣ ਦੀ ਤਰ੍ਹਾਂ ਕੰਮ ਕਰ ਰਹੀ ਆ, ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਕੰਮ ਕਰ ਰਹੀ ਆ। ਕੰਮ ਦੋਨੋਂ ਹੀ ਸੇਮ ਟਰੈਕ ਤੇ ਕਰ ਰਹੀਆਂ ਸੀਗੀਆਂ, ਪਰ BJP ਬਿਲਕੁਲ ਫਾਸਟ ਟਰੈਕ ਤੇ ਕੰਮ ਕਰ ਰਹੀ ਆ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ। ਤੇ ਹਿੰਦੂ ਰਾਸ਼ਟਰ ਦੇ ਵਿੱਚ ਦੇਸ਼ ਨੂੰ ਗਰੀਬੀ ਅਮੀਰੀ ਨਹੀਂ, ਸਿਰਫ ਵਰਨ ਵਿਵਸਥਾ ਦੇ ਹਿਸਾਬ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਜੀ। ਵਰਨ ਵਿਵਸਥਾ ਦੇ ਵਿੱਚ ਜਿਹੜਾ ਚੌਥੇ ਪੌਡੇ ਦਾ ਵਰਨ ਹੈ ਉਹ ਸ਼ੂਦਰ ਵਰਨ ਆ। ਪਹਿਲੇ 3 ਪੌਡੇ ਦੇ ਜਿਹੜੇ ਵਰਨ ਆ ਉਹ ਬ੍ਰਾਹਮਣ, ਵੈਸ਼ ਤੇ ਖੱਤਰੀ ਆ, ਔਰ ਚੌਥੇ ਪੌਡੇ ਦਾ ਜਿਹੜਾ ਵਰਨ ਆ ਉਹਦੇ 'ਚ 6743 ਜਾਤਾਂ ਆ। ਸੋ ਕਾਂਗਰਸ ਵੀ ਇਸੇ ਗੱਲ ਦੀ ਸਪੋਰਟ ਕਰਦੀ ਆ, BJP ਤਾਂ ਹੈ ਹੀ ਇਸ ਗੱਲ ਨੂੰ ਲਾਗੂ ਕਰਨਾ ਚਾਹੁੰਦੀ ਆ। ਮੈਂ ਪੰਜਾਬ ਦੀ ਸਿਚੁਏਸ਼ਨ ਨੂੰ ਲੈ ਕੇ ਗੱਲ ਕਰਨਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਦਸ਼ਾ, ਇਹ ਪਹਿਲੇ ਕਾਲਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਿ ਮੈਂ ਸਮਝਦਾ ਕਿ ਮਾਨਸ ਕੀ ਜਾਤ ਸੱਤਾ ਏਕੇ ਪਹਿਚਾਣ ਹੋ। ਪੰਜਾਬ ਦੀ ਧਰਤੀ ਤੋਂ ਪੈਦਾ ਹੋਏ ਜਿਹੜੇ ਜਿਹੜੀਆਂ 2 ਪਾਰਟੀਆਂ, ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ, ਮੈਂ ਸਮਝਦਾ ਕਿ ਇਹਨਾਂ ਦਾ ਸੁਮੇਲ ਪੰਜਾਬ ਦੇ ਲਈ ਬਹੁਤ ਵਧੀਆ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਔਰ ਨਿਖਰ ਕੇ ਪੰਜਾਬ ਸਾਹਮਣੇ ਆਊਗਾ। ਉਹਦਾ ਰਿਜ਼ਲਟ ਕੀ ਹੈ ਉਹਦਾ, ਜਾਣੀ ਮੈਂ ਕਿਉਂ ਕਹਿਣਾ ਚਾਹੁੰਦਾ ਕਿ ਕਿਉਂਕਿ ਹੁਣ ਜਿਹੜੀ ਤਾਜ਼ਾ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ ਜੀ, ਤੁਸੀਂ ਜ਼ਿਕਰ ਕੀਤਾ ਜੀ ਸਾਧੂ ਸਿੰਘ ਧਰਮਸੋਤ ਦਾ, ਸਾਰੇ ਪੰਜਾਬ ਦੇ ਵਿੱਚ ਇਸ ਵੇਲੇ ਪੂਰੀ ਚਰਚਾ ਰਹੀ ਆ ਕਿ ਸਾਧੂ ਸਿੰਘ ਧਰਮਸੋਤ ਨੇ ਜਿਹੜੇ ਸਕਾਲਰਸ਼ਿਪ ਦੇ ਪੈਸੇ ਆ ਉਹ ਗਵਨ ਕਰ ਲਏ ਤੇ ਦਿੱਲੀ ਤੋਂ ਆ ਕੇ ਰਾਹੁਲ ਗਾਂਧੀ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਜੀ। ਦੱਸੋ ਤੁਸੀਂ ਕਮ ਸੇ ਕਮ ਇਨਵੈਸਟੀਗੇਟ ਤਾਂ ਕਰਾਓ। ਤੁਸੀਂ ਕਮ ਸੇ ਕਮ ਭਗਵਾਨ ਜੀ ਨੇ ਕਿਹਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਫੇਰ ਡਿਕਲੇਰੇਸ਼ਨ ਦਿਓ ਤੁਸੀਂ ਪਾਰਟੀ 'ਚ ਖਰਚ ਲਿਆ ਹੋਵੇ ਉਸ ਦਾ। ਹਾਂਜੀ, ਔਰ ਇਹ ਜਿਹੜੇ ਕੈਪਟਨ ਸਾਹਿਬ ਇਸ ਵੇਲੇ ਦੇਸ਼ ਦੇ ਪੰਜਾਬ ਦੇ ਮੁੱਖ ਮੰਤਰੀ ਆ, ਇਹਨਾਂ ਨੇ ਜੋ ਕੁਝ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਦਾਅਵੇ ਕੀਤੇ ਸੀਗੇ ਔਰ ਜੋ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਨੇ ਜਿੱਦਾਂ ਦਾ ਆਪਣਾ ਨੈਗੇਟਿਵ ਪਾਰਟ ਪਲੇ ਕੀਤਾ ਹੈਗਾ, ਮੈਂ ਸਮਝਦਾ ਇਹ ਸਭ ਤੋਂ ਘਾਤਕ ਹੈ ਪੰਜਾਬ ਦੇ ਲਈ। ਕਿਸਾਨੀ ਸੰਘਰਸ਼ ਦੀ ਗੱਲ ਮੈਂ ਜੇ ਦੂਸਰੇ ਪਾਸੇ ਕਰਾਂ ਤਾਂ ਦੇਸ਼ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਜੀ ਹੋਏ ਆ। ਰਾਕੇਸ਼ ਟਕੈਤ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਆ ਕਿ ਮੇਰੇ ਫਾਦਰ ਸਾਹਿਬ, ਜਿਹੜਾ ਮਹਿੰਦਰ ਸਿੰਘ ਟਕੈਤ ਉਹਨਾਂ ਦੇ ਫਾਦਰ ਸਾਹਿਬ ਆ, ਕਿਉਂਕਿ ਉਹ ਰਾਕੇਸ਼ ਟਕੈਤ ਅੱਜ ਤੋਂ ਹੀ ਕਿਸਾਨ ਆਗੂ ਨੇਗੇ, ਉਹਨਾਂ ਦੀ ਪਹਿਲੀ ਪੀੜ੍ਹੀ ਵੀ ਕਿਸਾਨ ਆਗੂਆਂ ਦੇ ਵਿੱਚ ਲੰਘ ਗਈ ਆ। ਉਹਨੇ ਕਿਹਾ ਕਿ ਮੇਰੇ ਫਾਦਰ ਸਾਹਿਬ ਤੇ 40 ਕੇਸ ਸਨ ਯੂਪੀ ਦੇ ਵਿੱਚ। ਜਦ ਬਹੁਜਨ ਸਮਾਜ ਪਾਰਟੀ ਦੀ ਯੂਪੀ ਦੇ ਵਿੱਚ ਸਰਕਾਰ ਆਈ ਹੈ ਨਾ ਜੀ, ਤਾਂ ਯੂਪੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੇ ਸਾਰੇ ਹੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਤੋਂ 40 ਦੇ 40 ਕੇਸ ਖਤਮ ਕੀਤੇ ਕਿ ਕਿਸਾਨ ਨੇ ਜੇ ਥੋੜਾ ਬਹੁਤ ਕਰਜ਼ਾ ਜ਼ਮੀਨ ਨੂੰ ਵਾਹੀ ਦੇ ਲਈ ਲਿਆ ਆ ਤਾਂ ਉਹ ਕਰਜ਼ੇ ਦਾ ਮਤਲਬ ਇਹ ਨਹੀਂਗਾ ਕਿ ਕਿਸਾਨ ਉਹਦੀ ਕੋਈ ਖੁਦਕੁਸ਼ੀਆਂ ਕਰੇ ਜੀ। ਯਾਨੀ ਕਿਸਾਨ ਦੇ ਹੱਕ ਦੇ ਵਿੱਚ ਕਿਸਾਨ ਤੇ ਜੇ ਮਾੜਾ ਮੋਟਾ ਕੋਈ ਕੇਸ ਚੱਲਦੇ ਆ ਉਹਨੂੰ ਖਤਮ ਕਰਕੇ BSP ਨੇ ਉੱਥੋਂ ਦੇ 1 ਲੱਖ ਪਰਿਵਾਰ ਨੂੰ 5-5 ਖੇਤ ਜ਼ਮੀਨ ਦੇ ਆਪਣੇ ਸੈਲਫ ਡਿਪੈਂਡੈਂਟ ਹੋਣ ਲਈ ਵੀ ਦਿੱਤੇ, ਜਿਹੜੇ ਅੱਜ ਤੱਕ ਵੀ ਉਹਨਾਂ ਦੇ ਕੋਲ ਹੈ, ਜਿਹੜੀਆਂ ਪੱਟੇ ਤੇ ਜ਼ਮੀਨਾਂ ਪਈਆਂ ਸੀ। ਸੋ ਮੈਂ ਸਮਝਦਾ ਕਿ ਜਿਹੜੀ BSP ਦੀ ਜਿਹੜੀ ਰਣਨੀਤੀ ਹੈਗੀ ਆ, ਉਹ ਜੇ ਆਪਾਂ ਉਹਨਾਂ ਦਾ ਤਜਰਬਾ ਯੂਪੀ ਦੇ ਵਿੱਚ ਜੋ ਨਹੀਂ ਕੀਤਾ ਦੇਖੀਏ ਤਾਂ ਉਹ ਤੋਂ ਮੈਨੂੰ ਲੱਗਦਾ ਕਿ ਪੰਜਾਬ ਦੇ ਲਈ ਉਹ ਬਹੁਤ ਵਧੀਆ ਰਣਨੀਤੀ ਹੋ ਸਕਦੀ ਆ। ਸੋ ਮੈਂ ਸਮਝਦਾ ਕਿ ਸਾਨੂੰ ਪੰਜਾਬ ਵਾਸੀਆਂ ਨੂੰ ਖਾਸ ਤੌਰ ਤੇ ਅਸੀਂ ਦੇਖ ਚੁੱਕੇ ਹਾਂ ਕਾਂਗਰਸ ਨੂੰ ਬੜੇ ਡੂੰਘਾਈ ਤਰੀਕੇ ਨਾਲ। ਜੱਖੂ ਸਾਹਿਬ ਨੇ ਆਮ ਆਦਮੀ ਦਾ ਵੀ ਜ਼ਿਕਰ ਕੀਤਾ ਆ, ਕੇਜਰੀਵਾਲ BJP ਦੀ B ਟੀਮ ਹੈ, ਬਹੁਤ ਸੋਹਣੀ ਉਦਾਹਰਨ ਇਹਨਾਂ ਨੇ ਦਿੱਤੀ ਆ ਕਿ ਦਿੱਲੀ 'ਚ ਉਹਨਾਂ ਦੀ ਸਿੱਧੀ ਸਰਕਾਰ ਹੈ, ਉਹਨਾਂ ਦੀ ਮੈਜੋਰਿਟੀ 'ਚ ਫੁੱਲ ਫਲੈਜ ਸਰਕਾਰ ਹੈ ਆਪਣੀ, ਪਰ MP ਜਿਤਾਤੇ ਸਾਰੇ BJP ਦੇ।
ਤੇ ਕਾਂਗਰਸ 'ਚ ਜਦੋਂ ਕਿਸੇ ਤੇ ਕੋਈ ਅਤਿਆਚਾਰ ਜਾਂ ਕਾਂਗਰਸ 'ਚ ਜਦੋਂ ਕਿਸੇ ਤੇ ਕੋਈ ਸੁਣਵਾਈ ਨਹੀਂ ਹੁੰਦੀ ਸਿੱਧਾ ਬੀਜੇਪੀ 'ਚ ਜਾਂਦਾ। ਇਹ ਮੱਧ ਪ੍ਰਦੇਸ਼ ਦੀ ਜਿਹੜੀ ਐਗਜ਼ਾਮਪਲ ਹੈ ਸਿੰਧੀਆ ਪਰਿਵਾਰ ਦੀ ਸਾਹਮਣੇ ਆਉਂਦੀ ਆ। ਜਦੋਂ ਵੀ ਕਾਂਗਰਸ ਦੇ ਵਿੱਚ ਉਹ ਘਪਲਿਆਂ 'ਚ ਘਿਰਿਆ ਹੁੰਦਾ ਤੇ ਉਹ ਫਿਰ ਛੱਡ ਕੇ ਬੀਜੇਪੀ 'ਚ ਜਾਂਦਾ ਤੇ ਬੀਜੇਪੀ 'ਚ ਉਹਨੂੰ ਕਲੀਨ ਚਿੱਟ ਮਿਲ ਜਾਂਦੀ ਆ। ਫਿਰ ਉਹ ਕਾਂਗਰਸ ਨੂੰ ਭੰਡਣ ਲੱਗ ਪੈਂਦਾ ਕਿ ਮੈਂ ਤਾਂ ਹੁਣ ਸਹੀ ਘਰ 'ਚ ਆ ਗਿਆ, ਕਾਂਗਰਸ ਬਹੁਤ ਮਾੜੀ ਸੀਗੀ। ਇੱਦਾਂ ਦਾ ਦੇਸ਼ ਦੇ ਵਿੱਚ ਕਾਂਗਰਸ ਬੀਜੇਪੀ ਉੱਤਰ ਕਾਟੋ ਮੈਚੜਾਂ ਦਾ ਰੌਲਾ ਜਿਹੜਾ ਚੱਲ ਰਿਹਾ ਉਹ ਪੰਜਾਬ ਲਈ ਘਾਤਕ ਆ। ਮੈਂ ਸਮਝਦਾ ਕਿ ਪੰਜਾਬ ਵਾਸੀਆਂ ਨੂੰ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸਮਝੌਤਾ ਇਹਦਾ ਸਾਥ ਦੇਣਾ ਚਾਹੀਦਾ ਆ। ਕਿਉਂਕਿ ਜਦੋਂ 1996 'ਚ ਇਹਨਾਂ ਦਾ ਸਮਝੌਤਾ ਹੋਇਆ ਸੀ ਤਾਂ ਇਹਨਾਂ ਨੇ 11 MP ਉਸ ਸਮਝੌਤੇ 'ਚ ਦਿੱਤੇ ਸਨ, ਜਿਹਦੇ 'ਚੋਂ 8 ਅਕਾਲੀ ਦਲ ਦੇ ਸੀ ਤੇ 3 BSP ਦੇ ਸੀ। ਉਹ ਇੱਕ ਇੰਨਾ ਕਾਰਗਰ ਸਾਬਤ ਹੋਇਆ ਸੀਗਾ। ਇਸੇ ਤਰੀਕੇ ਨਾਲ ਇਹ ਸਮਝੌਤਾ ਮੈਂ ਸਮਝਦਾ ਪੰਜਾਬ ਲਈ ਆਉਣ ਵਾਲੇ ਸਮੇਂ ਲਈ ਬਹੁਤ ਚੰਗਾ ਸਾਬਤ ਹੋਊਗਾ। ਮੇਰੀ ਬੇਨਤੀ ਅਪੀਲ ਆ ਕਿ ਇਹੋ ਜਿਹਾ ਪ੍ਰੋਗਰਾਮ ਲਿਆਓ ਤੁਸੀਂ ਚਾਹਲ ਸਾਹਿਬ। ਇਹੋ ਜਿਹੇ ਪ੍ਰੋਗਰਾਮ ਦੇ ਨਾਲ ਜਾਗਰੂਕਤਾ ਵੱਧਦੀ ਹੈ। ਧੰਨਵਾਦ ਤੁਹਾਡਾ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਜੈ ਭੀਮ। ਥੈਂਕ ਯੂ ਜੀ, ਜੈ ਭੀਮ ਜੀ। ਬਹੁਤ ਮਿਹਰਬਾਨੀ ਜੀ ਗੁਰਪ੍ਰੀਤ ਬਾਂਸੀ ਜੀ। ਪਿਆਰੇ ਦਰਸ਼ਕੋ ਕਿ ਮੈਨੂੰ ਸਟੂਡੀਓ 'ਚ ਆ ਰਿਹਾ ਕਿ ਬਹੁਤ ਸਾਰੀਆਂ ਕਾਲਾਂ ਲਾਈਨ 'ਤੇ ਨੇ। ਮੈਂ ਆਪਣੇ ਨਿੱਘੇ ਦਰਸ਼ਕਾਂ ਨੂੰ ਦੱਸਦਾ ਜਾਵਾਂ, ਪਿਆਰੇ ਦਰਸ਼ਕਾਂ ਨੂੰ ਦੱਸਦਾ ਜਾਵਾਂ, ਕਿਉਂਕਿ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹੜੇ ਬੁਲਾਰੇ ਨੂੰ ਜਦੋਂ ਬੁਲਾਉਂਦੇ ਹਾਂ ਅਸੀਂ ਉਹਨੂੰ ਪੂਰਾ ਬੁਲਾਉਂਦੇ ਹਾਂ। ਔਰ ਜਿੰਨੀਆਂ ਵੀ ਕਾਲਾਂ ਆਉਂਦੀਆਂ ਜਿਸ ਕਾਲਰ ਨੂੰ ਲੈਣਾ ਅਸੀਂ ਉਹਨੂੰ ਵੀ ਸੈਟਿਸਫਾਈਡ ਕਰਦੇ ਹਾਂ। ਇੱਥੇ ਬੈਠੇ ਜੋ ਸਾਡੇ 4 ਮਹਿਮਾਨ ਆ, ਅਗਰ ਉਹਨਾਂ ਦੀ ਗੱਲ ਲਿਆਈ ਹੋਈ ਰਹਿ ਜਾਏ ਤਾਂ ਅਸੀਂ ਕੱਟ ਕੇ ਕਾਲਾਂ ਹੀ ਸੁਣੀ ਜਾਈਏ, ਫਿਰ ਇਹਨਾਂ ਦਾ ਆਉਣ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ। ਅਸੀਂ ਕਾਲਰ ਦੀ ਗੱਲ ਅਗਰ ਲੈ ਲਈਏ ਤਾਂ ਉਹ ਵੀ ਨਾ ਸੁਣੀਏ ਤਾਂ ਫਿਰ ਕਾਲਰ ਦੀ ਗੱਲ ਵੀ ਅੱਧ ਅਧੂਰੀ ਰਹਿ ਜਾਂਦੀ ਆ। ਸੋ ਕਾਲ ਤੁਸੀਂ ਕਰੋ, ਮੈਂ ਨਹੀਂ ਕਹਿੰਦਾ ਕਾਲ ਨਾ ਕਰੋ, ਲੇਕਿਨ ਕਾਲ ਕਿੰਨੀ ਕੁ ਲੈ ਸਕਦੇ ਆ ਉਹ ਸਾਡੇ ਹੱਥ ਵੱਸ ਨਹੀਂਗਾ। ਅਸੀਂ ਇਹਨਾਂ ਆਏ ਹੋਏ ਮਹਿਮਾਨਾਂ ਦੀ ਗੱਲ ਵੀ ਸੁਣਨੀ ਆ ਤਾਂ ਕਿ ਤੁਹਾਡੇ ਤੱਕ ਬਿਹਤਰ ਕੋਈ ਗੱਲ ਜਾਵੇ। ਕੋਸ਼ਿਸ਼ ਕਰੋ ਟੂ ਦੀ ਪੁਆਇੰਟ ਜਿਹੜੀ ਗੱਲ ਹੈਗੀ ਆ ਉਹ ਤੁਸੀਂ ਕਹੋ। ਹੁਣ ਜਿਹੜੇ ਕਾਲਰ ਨੇ ਮੈਂ ਉਹਨਾਂ ਨੂੰ ਲਵਾਂਗਾ, ਲੇਕਿਨ ਉਹਨਾਂ ਨੂੰ ਹੋਲਡ ਕਰਨਾ ਪਊਗਾ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ ਜੈ ਗੁਰਦੇਵ ਜੈ ਭੀਮ ਜੀ। ਮੈਂ ਜਸਲ ਬੋਲਦਾ ਗਲਾਸਗੋ ਤੋਂ। ਜਸਲ ਜੀ ਤੁਸੀਂ ਹੋਲਡ ਕਰਨਾ ਸਰ, ਇੱਕ ਸਾਡੇ ਸਾਥੀ ਆ ਉਹਨਾਂ ਦੇ ਬਾਅਦ ਸਾਡੇ ਨਾਲ ਗੱਲ ਕਰਦੇ ਜੀ। ਸਿੱਧੂ ਸਾਹਿਬ, ਸਿੱਧੂ ਪਲੱਸ ਸਿੱਧੂ ਬਰਾਬਰ ਸਿੱਧੂ, ਜਾਣੀ ਕੈਪਟਨ ਸਿੱਧੂ ਔਰ ਕਿਉਂਕਿ ਕੈਪਟਨ ਸਾਹਿਬ ਵੀ ਸਿੱਧੂ ਨੇ ਨਾ, ਮਨਜੋਤ ਸਿੰਘ ਵੀ ਸਿੱਧੂ ਨੇ। ਔਰ ਦੋਨਾਂ ਸਿੱਧੂਆਂ ਦੇ ਵਿੱਚੋਂ ਕੌਣ ਆਊਟ ਹੋਏਗਾ, ਕੌਣ ਛਿੱਕਾ ਖੇਡੇਗਾ, ਕੌਣ ਫੋਰਥ ਖੇਡੇਗਾ, ਕਿਵੇਂ ਮਹਿਸੂਸ ਕਰਦੇ ਆ ਜੀ? ਉਸ ਤੋਂ ਬਾਅਦ ਅਸੀਂ ਕਾਲ ਲਵਾਂਗੇ। ਕੁਲਵੰਤ ਜੀ। ਚਾਹਲ ਜੀ ਗੱਲ ਹੈਗੀ ਆ ਇੱਦਾਂ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਨੇ ਜੀ, ਬਹੁਤ ਸਮੇਂ ਤੋਂ ਚੁੱਪ ਸੀਗੇ। ਉਹ ਅੱਜ ਉਹਨਾਂ ਨੇ ਥੋੜੇ ਦਿਨਾਂ ਦੇ ਪਹਿਲਾਂ ਜਿਹੜੀ ਉਹ ਚੁੱਪੀ ਤੋੜੀ ਆ ਜੀ। ਸਿੱਧੂ ਵਰਸਸ ਸਿੱਧੂ, ਜਾਣੀ ਕਿ ਪੇਚਾ ਪੈ ਗਿਆ ਸਿੱਧੂ ਦਾ ਸਿੱਧੂ ਨਾਲ ਜੀ, ਕਿਉਂਕਿ ਮੋਹਰੇ ਜਿਹੜੇ ਕੈਪਟਨ ਨੇ ਉਹ ਵੀ ਸਿੱਧੂ ਨੇ। ਸੋ ਦੇਖਦੇ ਹਾਂ ਵੀ ਹੁਣ ਸਿੱਧੂ ਆਪਣੀ ਪਾਰੀ ਦੇ ਵਿੱਚ ਕੀ ਚੌਕਾ ਲਾਉਂਦਾ ਜਾਂ ਛਿੱਕਾ ਲਾਉਂਦਾ ਜੀ। ਪਾਰੀ ਖੇਡ ਦਿੱਤੀ ਗਈ ਆ। ਦੇਖੋ ਹੁਣ ਮੀਟਿੰਗਾਂ ਹੋ ਰਹੀਆਂ। ਚਾਹਲ ਜੀ ਇੱਕ ਤਾਂ ਗੱਲ ਸਾਹਮਣੇ ਖੁੱਲ੍ਹ ਕੇ ਆਈ ਆ ਵੀ ਚਲੋ ਜੇ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਨੁਮਾਇੰਦਗੀ ਕਰਦਾ ਆ, ਕੋਈ MLA MP ਆ, ਉਹ ਜੇ ਆਪਣੀ ਗੱਲ ਨਹੀਂ ਰੱਖ ਸਕਦਾ ਤਾਂ ਫਿਰ ਉਹਦੀ ਨੁਮਾਇੰਦਗੀ ਦੀ ਕੋਈ ਫਾਇਦਾ ਨਹੀਂ ਹੈਗਾ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ। ਅੱਜ ਇਹ ਕਲੀਅਰ ਕੀਤਾ ਆ ਸਿੱਧੂ ਨੇ ਕਿ ਮੈਂ ਆਪਣੀ ਜਿਹੜੀ ਗੱਲ ਆ ਉਹ ਜ਼ਰੂਰ ਰੱਖਣੀ ਆ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ 25 ਤੇ 75 ਵਾਲਾ ਜਿਹੜਾ ਮੈਚ ਆ ਉਹ ਖੇਡਿਆ ਜਾ ਰਿਹਾ, ਉਹ ਕਿੱਦਾਂ ਖੇਡਿਆ ਜਾ ਰਿਹਾ। ਕਿਉਂਕਿ ਦੇਖੋ ਇਹਨਾਂ ਦੋਹਾਂ ਪਾਰਟੀਆਂ ਦੇ ਅੰਤਰਗਤੀ ਜਿਹੜੇ ਸਮਝੌਤੇ ਆ ਜਾਂ ਇਹਨਾਂ ਦੀ ਜਿਹੜੀ ਮਿਲੀ ਭੁਗਤ ਆ ਉਹ ਸਿੱਧੂ ਨੇ ਪਹਿਲਾਂ ਇੱਕ ਸਟੇਜ ਤੋਂ ਕਹਿ ਦਿੱਤੀ ਸੀ 25-75 ਵਾਲੀ ਗੱਲ। ਦੇਖੋ ਜਿਹੜੇ ਇਹ MLA ਚੁਣੇ ਜਾਂਦੇ ਨੇ, ਡੈਮੋਕ੍ਰੇਸੀ ਦਾ ਇੱਥੋਂ ਤੱਕ ਘਾਣ ਹੋ ਗਿਆ ਚਾਹਲ ਜੀ ਵੀ ਜਣੀ ਇਹਨਾਂ ਦਾ ਸਿਰਫ ਨੰਬਰਿੰਗ ਤੱਕ ਹੀ ਇਹਨਾਂ ਦਾ ਮਕਸਦ ਰਹਿ ਗਿਆ ਕਿ MLA ਇੰਨੇ ਕਾਂਗਰਸ ਨੇ ਚੁਣ ਲਏ ਜਾਂ ਇੰਨੇ ਅਕਾਲੀਆਂ ਨੇ ਜਾਂ ਇੰਨੇ BJP ਨੇ ਜਾਂ ਇੰਨੇ ਕਿਸੇ ਹੋਰ ਨੇ। ਇਹ ਗੱਲ ਮੰਦਭਾਗੀ ਆ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਜਿਹਾ ਨਹੀਂ ਹੋ ਸਕਦਾ। ਹਰ ਇੱਕ ਆਪਣਾ ਗੱਲ ਜਿਹੜੀ ਆ ਉਹ MLA ਰੱਖ ਸਕਦਾ ਕਿਉਂਕਿ ਉਹ ਨੁਮਾਇੰਦਗੀ ਜਿਹੜੀ ਆ ਉਹ ਲੋਕਾਂ ਦੀ ਕਰਦੇ ਆ। ਜੇ ਉਹ ਗੱਲ ਨਹੀਂ ਰੱਖਣਗੇ, ਲੋਕਾਂ ਦੀ ਗੱਲ ਨਹੀਂ ਕਰਨਗੇ, ਉਹ ਮਿਨਿਸਟਰੀ ਦੇ ਕੋਲ ਜਾਂ ਉਹ ਹਾਈ ਕਮਾਂਡ ਦੇ ਕੋਲ, ਚਾਹੇ ਉਹ ਆਪਣੇ ਮੁੱਖ ਮੰਤਰੀ ਦੇ ਕੋਲ, ਫਿਰ ਲੋਕਾਂ ਦੇ ਮਸਲੇ ਚਾਹਲ ਜੀ ਹੱਲ ਕੌਣ ਕਰੂਗਾ? ਸੋ ਫਿਰ ਤਾਂ ਮਸਲੇ ਹੱਲ ਹੀ ਨਹੀਂ ਹੋਣਗੇ। ਫਿਰ ਤਾਂ ਉਹੀ ਗੱਲ ਆ ਵੀ ਤੁਸੀਂ 5-5 ਕਰੋੜ ਜਾਂ 10-10 ਕਰੋੜ ਦੇ ਕੇ ਤਾਂ ਟਿਕਟਾਂ ਲੈ ਲਓ ਤੇ 5 ਸਾਲ ਲਈ ਜਿਹੜੇ ਮੂੰਹ ਆ ਉਹ ਬੰਦ ਰੱਖੋ ਤੇ
ਆਪਣੇ ਜਿੱਦਾਂ ਮਰਜ਼ੀ ਕਬਜ਼ੇ ਕਰੋ ਜ਼ਮੀਨਾਂ ਤੇ ਲੋਕਾਂ ਦੀਆਂ ਤੇ ਜਾਂ ਕੁਛ ਵੀ ਆ ਤੇ ਅਸੀਂ ਤੁਹਾਨੂੰ ਨਹੀਂ ਪੁੱਛਣਾ ਤੇ ਤੁਸੀਂ ਸਾਨੂੰ ਨਾ ਪੁੱਛਿਓ। ਫਿਰ ਜਦੋਂ 5 ਸਾਲ ਬਾਅਦ ਫੇਰ ਵਾਰੀ ਆਊਗੀ ਤਾਂ ਫੇਰ ਨਵੇਂ ਜਿਹੜੇ ਸ਼ੋਸ਼ੇ ਉਹ ਛੱਡ ਦਿੱਤੇ ਜਾਣਗੇ। ਸੋ ਇਹੀ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਜਿਹੜਾ ਪੰਜਾਬ ਦੇ ਵਿੱਚ ਉਹ ਬੜੇ ਲੰਬੇ ਸਮੇਂ ਤੋਂ ਹੁਣ ਆ ਕੇ ਬੈਠਾ ਆ, ਕਿਉਂਕਿ ਉਹਨੇ ਰਣਨੀਤੀਆਂ ਬਣਾਉਣੀਆਂ ਆ ਕੈਪਟਨ ਦੇ ਲਈ। ਸੋ ਉਹਦੀ ਜਿਹੜੀ ਗੱਲ ਆ ਉਹ ਸਿੱਧੂ ਨੇ ਕਲੀਅਰ ਕੀਤੀ ਆ ਵੀ 40 ਵਾਰ ਮੇਰੇ ਕੋਲ ਉਹ ਆ ਕੇ ਗਿਆ ਆ ਵੀ ਜਿਹੜੇ ਹੁਣ ਮਸਲੇ ਆ ਉਹ ਕਿੱਦਾਂ ਅਸੀਂ ਹੱਲ ਕਰਨੇ ਆ। ਜਿਹੜੀ ਇੱਥੋਂ ਤੱਕ ਜਿਹੜਾ ਖਲਾਰਾ ਆ ਕਾਂਗਰਸ ਦੇ ਵਿੱਚ ਪਿਆ ਹੋਇਆ। ਦੇਖੋ ਇਹ ਲੋਕ ਚਾਹਲ ਜੀ ਬਿਜ਼ਨਸਮੈਨ ਬਣ ਗਏ ਆ। ਇਹਨਾਂ ਨੇ ਜਿਹੜੀ ਪੋਲੀਟਿਕਸ ਆ, ਜਿਹੜੀ ਲੋਕਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਜਿਹੜੀ ਇਹ ਕਰ ਰਹੇ ਆ, ਡੈਮੋਕ੍ਰੇਸੀ ਬਹੁਤ ਖਤਰੇ ਦੇ ਵਿੱਚ ਆ। ਇਹ ਸਾਰੀ ਖੁੱਲ੍ਹ ਕੇ ਸਾਹਮਣੇ ਆ ਗਈ ਆ। ਕਿੱਦਾਂ ਲੋਕਾਂ ਦੇ ਰਾਈਟਸ ਜਿਹੜੇ ਆ ਉਹ ਕਲੈਪਸ ਹੁੰਦੇ ਆ, ਕਿੱਦਾਂ ਲੋਕਾਂ ਦੇ ਰਾਈਟ ਖਤਮ ਕੀਤੇ ਜਾਂਦੇ ਆ, ਕਿੱਦਾਂ ਇਹ ਲੋਕਾਂ ਦਾ ਜਿਹੜਾ ਇਹ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਤਾਂ ਲੋਕਾਂ 'ਤੇ ਇਹ ਗਾਜ ਜਿਹੜੀ ਆ ਗਿਰ ਰਹੀ ਆ। ਸੋ ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਸਿੱਧੂ ਆ ਉਹ ਕੀ ਕਰਦਾ, ਕੀ ਉਹ ਕੈਪਟਨ ਦੀ ਕੁਰਸੀ ਲੈ ਪਾਊਗਾ ਜਾਂ ਨਹੀਂ ਲੈ ਪਾਊਗਾ। ਬਲਬੀਰ ਜੀ, ਤੁਸੀਂ ਵੈਸੇ ਸਿੱਧੂ ਸਾਹਿਬ ਬਾਰੇ ਪਹਿਲਾਂ ਗੱਲ ਕਰ ਚੁੱਕੇ ਹੋ, ਕੀ ਤੁਸੀਂ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਵੀ ਉੱਥੇ ਖੜੇ ਹੋ ਜਾਂ ਤੁਹਾਡੇ ਹੋਰ ਵਿਊ ਬਦਲਦੇ ਨੇ? ਦੇਖੋ, ਜੇ ਆਪਾਂ ਸਿੱਧੂ ਸਾਹਿਬ ਦੇ ਜਾਂ ਕੈਪਟਨ ਸਾਹਿਬ ਦੀ ਗੱਲ ਕਰਦੇ ਆ ਵੀ ਕਾਂਗਰਸ ਪਾਰਟੀ ਦੇ ਵਿੱਚ ਇਹ ਗੱਲ ਚੱਲਦੀ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਜੋ ਅਕਾਲੀ ਦਲ ਸੀਗਾ ਉਹਦੇ ਵਿੱਚ ਵੀ ਇਹੀ ਗੱਲਾਂ ਚੱਲਦੀਆਂ ਸੀ ਸਾਰੇ ਪਾਸੇ। ਇਹ ਪਤਾ ਨਹੀਂ ਕਿਉਂ ਜਿਹੜੀ ਸਹੀ ਗੱਲ ਤਾਂ ਉਹ ਤਾਂ ਇਹ ਹੈ ਵੀ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਆਉਂਦੀ ਤੁਸੀਂ ਇਹ ਕਹਿੰਦੇ ਵੀ ਸਿੱਧੂ ਉੱਥੇ ਰਹੇਗਾ ਜਿੱਥੇ ਹੈ। ਹਾਂਜੀ, ਸਿੱਧੂ ਰਹੇਗਾ ਜਿੱਥੇ ਹੈ, ਸਿੱਧੂ ਕਾਂਗਰਸ 'ਚ ਰਹੇਗਾ, ਨਹੀਂ ਜਾਏਗਾ, ਇਹ ਕਹਿਣਾ ਚਾਹੁੰਦੇ? ਮੈਂ ਤਾਂ ਇਹ ਕਹਿਣਾ, ਹਾਂ, ਸਿੱਧੂ ਕਾਂਗਰਸ 'ਚ ਹੀ ਰਹੇਗਾ, ਨਹੀਂ ਜਾਏਗਾ। ਬਹੁਤ ਮਿਹਰਬਾਨੀ ਜੀ। ਜੇ ਕੌਲ ਵਾਲੀ ਜੀ, ਜੈ ਗੁਰਦੇਵ ਜੈ ਭੀਮ ਜੀ। ਜਸਲ ਸਾਹਿਬ। ਹਾਂਜੀ, ਜੈ ਗੁਰਦੇਵ ਜੀ, ਜੈ ਭੀਮ। ਸੌਰੀ ਜੀ, ਤੁਹਾਨੂੰ ਵੇਟ ਕਰਨੀ ਪਈ। ਮੈਂ 2 ਮਿੰਟ ਹੀ ਲੈਣੇ ਬਸ। ਜੀ। ਮੈਂ ਸਿਰਫ ਅਲਾਇੰਸ ਬਾਰੇ ਹੀ ਗੱਲ ਕਰਨੀ ਆ। ਕਰੋ ਜੀ। ਦਰਅਸਲ ਕਾਲਜ ਜਿਹੜੇ ਨਾ ਕਨਫਿਊਜ਼ ਆ ਜੀ, ਉਹਨਾਂ ਨੂੰ ਕਾਫੀ ਬਰਾਊਡਲੀ ਸੋਚਣਾ ਚਾਹੀਦਾ ਆ ਜੀ। ਇਹ ਜਿਹੜਾ ਅਲਾਇੰਸ ਹੋਇਆ ਬਿਲਕੁਲ ਸਹੀ ਹੋਇਆ। ਦੇਖੋ, ਜਿਹੜੀ BSP ਦੀ ਸਿਚੁਏਸ਼ਨ ਵਾ ਨਾ ਜੀ, ਮੈਂ ਅੱਗੇ ਵੀ ਦੱਸਿਆ ਸੀਗਾ ਵੀ ਉਹ ਬਿਲਕੁਲ ਥੱਲੇ ਗਈ ਆ ਔਰ ਉੱਪਰ ਪੈਣੀ ਆ ਇਸ ਅਲਾਇੰਸ ਦੇ ਨਾਲ। ਦੂਜੀ ਵੱਡੀ ਗੱਲ ਜਿਹੜੀ ਹੈਗੀ ਆ ਇਹ ਕਿ ਜਿਹੜਾ ਲੀਡਰ ਆ ਗੜੀ ਸਾਹਿਬ ਆ ਜੀ, ਲੋਕ ਉਹਦੀਆਂ ਸਪੀਚਾਂ ਨਹੀਂ ਸੁਣ ਰਹੇ ਜੀ। ਅੱਜ ਲੀਡਰ ਐਸਾ ਪੰਜਾਬ ਦੇ ਵਿੱਚ ਮਿਲਿਆ ਆ ਕਿ ਨੈਸ਼ਨਲ ਸਟੇਜ ਤੱਕ ਹੀ ਇੰਟਰਨੈਸ਼ਨਲ ਸਟੇਜ ਤੇ ਉਹ ਬੋਲਣ ਵਾਲਾ ਆ। ਵੈਰੀ ਗੁੱਡ। ਜਿਸ ਢੰਗ ਨਾਲ ਗੱਲ ਕਰਦਾ, ਜਿਹੜੀ ਵਰਡਿੰਗ ਆ ਉਹਦੀ, ਜਿਹੜੀਆਂ ਗੱਲਾਂ ਦੇ ਜਵਾਬ ਦਿੰਦਾ, ਕੋਈ ਲੀਡਰ ਦੇਖਿਆ ਨਹੀਂ। ਸਭ ਤੋਂ ਪਹਿਲਾਂ ਬੜੀ ਦੇਰ ਹੋ ਗਈ ਆ ਲਾਹੌਰੀ ਬਾਲੀ ਹੁੰਦਾ ਸੀਗਾ ਜੀ, ਮੈਂ ਉਹਦੇ ਵਿੱਚ ਉਹਦਾ ਸਟਾਈਲ ਦੇਖ ਰਿਹਾ ਜੀ ਕਿ ਉਹਦੀਆਂ ਗੱਲਾਂ ਦਾ ਜਵਾਬ ਹੈ ਨਹੀਂ ਕਿਸੇ ਕੋ। ਅੱਜ ਲੀਡਰ ਵੀ ਚਾਹੀਦਾ ਔਰ ਲੋਕਾਂ ਦੀ ਸੋਚ ਵੀ ਚਾਹੀਦੀ ਆ। ਲੋਕਾਂ ਦੀ ਸੋਚ ਵੀ ਜਿਹੜੀ ਆ ਰਾਜਨੀਤੀ ਨੂੰ ਪੜ੍ਹਨ ਲਈ, ਅਖਬਾਰਾਂ ਪੜ੍ਹਨ ਲਈ, ਕਿਸੇ ਦੀਆਂ ਗੱਲਾਂ ਸੁਣਨ ਲਈ, ਇਹਦੇ ਵਿੱਚ ਵੀ ਅਸੀਂ ਕਮਜ਼ੋਰ ਆ। ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਜਸਨ ਸਾਹਿਬ। ਜਿੰਨੀਆਂ ਮਰਜ਼ੀ ਕਰੀ ਜਾਈਏ, ਸਾਡੇ 'ਚ ਕਮਜ਼ੋਰੀ ਬਹੁਤ ਹੈਗੀ ਆ। ਠੀਕ ਹੈ, ਕਰਕੇ ਜੋ ਲੈਂਸ ਹੋਇਆ ਇਹਨੂੰ ਚੱਲਣ ਦਿਓ, ਇਹਦੀ ਬੈਕਿੰਗ ਕਰੋ। ਲੀਡਰ ਇਸ ਲਈ ਚੰਗਾ ਮਿਲਿਆ ਆ। ਥੈਂਕ ਯੂ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਲਿਖਰਾਜ ਜੀ। ਜੀ ਚਾਲ ਸਾਹਿਬ, ਜੇ ਮੇਰਾ ਨਾਂ ਗਲਤ ਵੀ ਲੱਗਿਆ ਹੋਵਾਂ ਤਾਂ ਜਰਨੈਲ ਸਿੰਘ ਜਿਹੜੇ MLA ਸੀ ਦਿੱਲੀ ਦੇ ਜੀ, ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਗਈ ਔਰ ਉਸ ਦੇ ਭੋਗ 'ਤੇ ਹੀ ਉਹਦੇ ਵੱਡੇ ਭਰਾ ਜਾਂ ਛੋਟੇ ਭਰਾ ਨੇ ਕਿਹਾ ਸੀ ਕਿ ਅਸੀਂ ਤਾਂ ਲੋਕਾਂ ਨੂੰ ਨੌਕਰੀਆਂ ਦੇ ਸਕਦੇ ਹਾਂ, ਅਸੀਂ ਨੌਕਰੀ ਨਹੀਂ ਲਵਾਂਗੇ, ਸਰਕਾਰੀ ਨੌਕਰੀ ਦੀ ਗੱਲ ਕਰਦਾ। ਔਰ ਹੁਣ ਜੇ ਇੱਕ ਹੋਰ ਜਿਹੜੀ ਕਾਂਗਰਸ ਨੇ ਅਰਜਨ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਨੌਕਰੀ ਦਿੱਤੀ ਆ, ਇਸ ਕਰਕੇ ਕਿ ਉਹਨਾਂ ਦੇ ਪਰਿਵਾਰ ਦੀ ਸਰਕਾਰ ਵਿੱਚ ਦੇਣ ਆ। ਇਹ ਜਿਹੜੀ ਸਰਕਾਰਾਂ MLA ਜਿਹੜੇ ਇਹਨਾਂ ਨੂੰ ਨੌਕਰੀਆਂ ਦੇਣੀਆਂ ਕਿੱਥੇ ਤੱਕ ਜਾਇਜ਼ ਆ? ਦੇਖੋ ਚਾਲ ਸਾਹਿਬ, ਜਿਹੜੀਆਂ ਨੌਕਰੀਆਂ ਦੇਣੀਆਂ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਆ ਰੁਜ਼ਗਾਰ ਦੀ, ਸਰਕਾਰ ਉਹਨਾਂ ਨੂੰ ਨੌਕਰੀਆਂ ਦੇ ਨਹੀਂ ਰਹੀ।
ਜਿਹੜੇ ਆਲਰੇਡੀ ਵੈਲ ਸੈਟਡ ਆ MLA MP ਆ ਜਾਂ ਜਿਹੜੇ ਪਹਿਲਾਂ ਹੀ ਸਰਕਾਰੀ ਨੌਕਰੀਆਂ 'ਚ ਉਹਨਾਂ ਨੂੰ ਪ੍ਰਮੋਟ ਕਰਕੇ ਕਿਸੇ ਨੂੰ ਨਾਇਬ ਤਹਿਸੀਲਦਾਰ, ਕਿਸੇ ਨੂੰ ਤਹਿਸੀਲਦਾਰ, ਕਿਸੇ ਨੂੰ SDM, ਕਿਸੇ ਨੂੰ DSP ਲਾ ਰਹੀ ਆ। ਸੋ ਇਹ ਕਾਂਗਰਸ ਦੀ ਜਿਹੜੀ ਮਾਨਸਿਕਤਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਆ ਜੀ। ਸੋ ਪੰਜਾਬ ਦੇ ਲੋਕ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਆ ਕਾਂਗਰਸ ਤੋਂ। ਕਾਂਗਰਸ ਨੇ ਪਿਛਲੇ 70 ਸਾਲ ਦੇਸ਼ 'ਤੇ ਰਾਜ ਕੀਤਾ, ਸਿਰਫ ਦੇਸ਼ ਨੂੰ ਗਰੀਬੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਤੋਂ ਸਿਵਾਏ ਕੁਛ ਨਹੀਂ ਦਿੱਤਾ। ਸੋ ਇਸ ਕਰਕੇ ਜਿਹੜੀ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਜਿਨ੍ਹਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜਿਹੜੇ ਜਰਨੈਲ ਸਿੰਘ ਇਸ ਦੁਨੀਆ 'ਤੇ ਇਸ ਟਾਈਮ ਨਹੀਂ ਰਹੇ, ਸੋ ਉਹਨਾਂ ਨੂੰ ਪਹਿਲੀ ਵਾਰੀ ਇਹਨਾਂ ਨੇ ਇਲੈਕਸ਼ਨ ਲੜਾਈ, ਇਲੈਕਸ਼ਨ ਲੜਾਉਣ ਤੋਂ ਬਾਅਦ ਫਿਰ ਰਿਜ਼ਾਈਨ ਦਵਾ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਾਈ, ਉੱਥੋਂ ਇਲੈਕਸ਼ਨ ਹਾਰ ਗਏ। ਸੋ ਬਹੁਤ ਵਧੀਆ ਉਹਨਾਂ ਦੇ ਬ੍ਰਦਰ ਨੇ, ਜਿਹੜੀ ਆਪਾਂ ਵਾਇਰਲ ਹੋਈ ਵੀਡੀਓ ਸੁਣਦੇ ਹਾਂ, ਉਹਦੇ ਵਿੱਚ ਕਿਹਾ ਕਿ ਅਸੀਂ ਮੀਨਜ਼ ਕਿ ਅਸੀਂ ਪੰਜਾਬ ਦੇ ਲੋਕ, ਅਸੀਂ ਜਿਹੜੀ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਲੋਕ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਚੱਲਣ ਵਾਲੇ ਲੋਕ, ਅਸੀਂ ਤਾਂ ਹਜ਼ਾਰਾਂ, ਸੈਂਕੜੇ, ਲੱਖਾਂ ਲੋਕਾਂ ਨੂੰ ਰੁਜ਼ਗਾਰ ਅਤੇ ਖਾਣ ਪੀਣ ਦਾ ਮਟੀਰੀਅਲ ਦਿੰਦੇ ਹਾਂ ਅਤੇ ਸਾਨੂੰ ਤੁਹਾਡੀ ਨੌਕਰੀ ਦੀ ਜ਼ਰੂਰਤ ਨਹੀਂ ਗੀ। ਸੋ ਉਹਨਾਂ ਦਾ ਭਰਾ ਜਿਹੜਾ ਇਹਨਾਂ ਦੀ ਮਾਨਸਿਕਤਾ ਸਮਝ ਗਿਆ ਕਿ ਇਹ ਵੀ ਇੱਕ ਕਾਂਗਰਸ, BJP ਅਤੇ ਆਮ ਆਦਮੀ ਪਾਰਟੀ ਉਹਨਾਂ ਦੀ ਤਰ੍ਹਾਂ ਹੀ ਕੰਮ ਕਰਦੀ। ਸੋ ਬਹੁਤ ਵਧੀਆ ਜਿਹੜੀ ਉਹਨਾਂ ਨੇ ਸਪਸ਼ਟ ਕਰ ਦਿੱਤੀ ਗੱਲ। ਇਸ ਕਰਕੇ ਇਸ ਕਰਕੇ ਲੋਕ ਹੁਣ ਇਹਨਾਂ ਦੀ ਜਿਹੜੀ ਆ ਵਿਚਾਰਧਾਰਾ ਤੋਂ, ਮਾਨਸਿਕਤਾ ਤੋਂ ਚੰਗੀ ਤਰ੍ਹਾਂ ਮਤਲਬ ਜਾਣ ਚੁੱਕੇ ਆ। ਸੋ ਮੈਂ ਨਾਲ ਇੱਕ ਗੱਲ ਹੋਰ ਕਲੀਅਰ ਕਰ ਦੇਵਾਂ, ਜਿੱਦਾਂ ਜਿੱਦਾਂ ਬਹੁਜਨ ਸਮਾਜ ਪਾਰਟੀ ਵੱਧਦੀ ਜਾਊਗੀ, ਉੱਦਾਂ ਉੱਦਾਂ ਇਹਨਾਂ ਪਾਰਟੀਆਂ ਨੇ ਸਾਨੂੰ ਰੋਕਣ ਦੇ ਲਈ ਕੋਈ ਨਾ ਕੋਈ ਹੱਥ ਕੰਡੇ ਅਪਣਾਉਣੇ ਆ। ਸੋ ਜੇ ਕੁਛ ਸਾਨੂੰ ਥੋੜ੍ਹਾ ਬਹੁਤਾ ਮਿਲਦਾ ਤਾਂ ਇੱਕ ਸੰਵਿਧਾਨਕ ਤੌਰ 'ਤੇ ਮਿਲਦਾ। ਸੰਵਿਧਾਨ ਦੇ ਵਿੱਚ ਜਿਹੜੇ ਹੱਕ ਬਾਬਾ ਸਾਹਿਬ ਲਿਖ ਕੇ ਦੇ ਕੇ ਚਲੇ ਗਏ, ਉਹਨਾਂ ਦੀ ਬਦੌਲਤ ਇਹਨਾਂ ਸਰਕਾਰਾਂ ਨੂੰ ਮਜਬੂਰਨ ਸਾਨੂੰ ਉਹ ਦੇਣੇ ਪੈਂਦੇ। ਜੀ ਚਾਹ ਸਾਹਿਬ, ਬਹੁਤ ਮਿਹਰਬਾਨੀ ਜੀ। ਬਲਬੀਰ ਜੀ, ਤੁਸੀਂ ਜਦ ਤੱਕ ਸੋਚੋ ਇਸ ਕਿ ਇਹ ਸਹੀ ਫੈਸਲਾ ਜਿਹੜੀਆਂ ਸਰਕਾਰਾਂ ਆਪਣੇ MLA, ਆਪਣੇ MPਆਂ ਨੂੰ ਜਿਹੜੇ ਨੌਕਰੀਆਂ ਪੇਸ਼ਕਸ਼ ਕਰ ਰਹੀਆਂ ਜਿੱਥੇ ਗਰੀਬਾਂ ਨੂੰ ਲੋੜ ਆ, ਜਦ ਤੱਕ ਕਾਲਜ ਨੇ ਤੁਸੀਂ ਉਹਦੇ 'ਤੇ ਵਿਚਾਰ ਕਰੋ। ਜੈ ਗੁਰਦੇਵ, ਜੈ ਭੀਮ ਜੀ। हाँ जी, जय गुरुदेव, जय भीम, जय भारत, जय पाप जी। आपको भी फोन आया था स्कॉलिंग से? हाँ जी, आपको अभी फोन आया स्कॉलिंग से? हाँ जी, हमको फोन आया अभी स्कॉटलैंड से जी। पर आपने बात नहीं की। अफसोस बात ये, वो इतने महान इंसान है, आपको कुछ नहीं पता कौन है जो स्कॉलर ने फोन किया, पर किसी महान आदमी है, आपको कुछ नहीं पता। ਤੁਸੀਂ ਰਾਮਲਾਲ ਝੰਮੜ ਜੀ ਬੋਲਦੇ? हाँ जी, मैं बोल रही। ਝੰਮੜ ਸਾਹਿਬ ਪੰਜਾਬੀ ਚ ਆ ਜਾਓ, ਕੋਈ ਗੱਲ ਨਹੀਂ। नहीं, पंजाबी गल करें कोई प्रॉब्लम नहीं। गल ये देखो जी, स्कॉलर ने फोन आया आपको, वो इन्ने अच्छे इंसान जिन्नी हिस्सा उन्होंने को ला हिस्ट्री है नहीं गई। ठीक है, वो इंसान स्कूल आएगा, उन्हें पता सारी जड़ा नहीं नहीं, वो उन्होंने ਅਸੀਂ ਗੱਲ ਸੁਣੀ ਆ, ਉਹਨਾਂ ਨੇ ਸਾਨੂੰ ਗੱਲ ਪੂਰੀ ਹੋ ਗਈ ਆ। ਹੁਣ ਉਹਨਾਂ ਦੀ ਕੁਝ ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ ਕਹਿਣਾ, ਜੋ ਗੱਲ ਨਹੀਂ ਸੁਣੀ ਰਹੀ ਨਹੀਂ ਜੀ, ਅਸੀਂ ਉਹਨਾਂ ਦੀ ਪੂਰੀ ਗੱਲ ਸੁਣੀ ਹੈ, ਕਿਉਂਕਿ ਉਹ ਹੁਣ ਇਸ ਕਰਕੇ ਉਹ ਬੰਦੇ ਮਹਾਨ ਆ। ਨਹੀਂ, ਜੱਸਲ ਸਾਹਿਬ ਨੂੰ ਮੈਂ ਵੀ ਜਾਣਦਾ, ਉਹ ਸੱਚਮੁੱਚ ਮਹਾਨ ਨੇ, ਲੇਕਿਨ ਉਹਨਾਂ ਦੀ ਗੱਲ ਪੂਰੀ ਸੁਣੀ ਗਈ ਜਿੰਨੀ ਉਹਨਾਂ ਨੇ ਕਹਿਣੀ ਸੀ। ਇਹ ਅੱਜ ਜਿਹੜੀ ਗੱਲ ਆ, ਅਸੀਂ ਜੱਸਲ ਸਾਹਿਬ ਦੇ ਮਹਾਨ ਹੋਣ ਜਾਂ ਨਾ ਹੋਣ ਦੀ ਨਹੀਂ ਕਰ ਰਹੇ। ਅੱਜ ਅਸੀਂ BJP ਔਰ ਮਾਫ ਕਰਨਾ ਬਸਪਾ ਦੇ ਸ਼੍ਰੋਮਣੀ ਅਕਾਲੀ ਦਲ ਸਮਝੌਤੇ ਦੀ ਗੱਲ ਕਰ ਰਹੇ ਹਾਂ। ਕੀ ਸਹੀ ਆ, ਕੀ ਗਲਤ ਆ? ਟੌਪਿਕ ਠੀਕ ਆ, ਮੈਂ ਤਾਂ ਗੇਟ ਨਹੀਂ ਆ। ਜਸਟਿਸ ਸਾਹਿਬ ਜੋ ਨੇ ਨਾ, ਜਸਟਿਸ ਸਾਹਿਬ, ਤੁਸੀਂ ਇੱਦਾਂ ਕਰੋ ਭਾਜੀ, ਮੈਂ ਆਪੇ ਕਰ ਲੈਣਾ, ਪਲੀਜ਼ ਡਿਸਟਰਬੈਂਸ ਹੁੰਦੀ। ਤੁਸੀਂ ਇੱਦਾਂ ਕਰੋ ਝੰਮੜ ਸਾਹਿਬ, ਝੰਮੜ ਜੀ 9 ਵੱਜ ਗਏ ਆ, ਆਪਾਂ ਇਹਨੂੰ ਰਹਿਣ ਦਈਏ, ਆਪਾਂ ਕੱਲ੍ਹ ਨੂੰ ਗੱਲ ਕਰ ਲਾਂਗੇ ਫੋਨ 'ਤੇ। ਸੋ ਫੋਨ ਕਰਨ ਲਈ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਚਲ ਝੰਮੜ ਜੀ ਜੀ, ਸੌਰੀ, ਕੁਛ ਕੋਈ ਗੱਲ ਸਮਝ ਨਹੀਂ ਸੀ ਆ ਰਹੀ, ਲੱਗਦਾ ਲਾਈਨ 'ਚ ਕੋਈ ਪ੍ਰੋਬਲਮ ਸੀ। ਬਲਬੀਰ ਜੀ, ਕੀ ਸੋਚਿਆ ਫਿਰ? ਜਿਹੜੀ ਆਪਾਂ ਨੌਕਰੀ ਦੀ ਗੱਲ ਕਰਦੇ ਆ ਜੀ, ਮੇਰੇ ਖਿਆਲ ਦੇ ਹਿਸਾਬ ਨਾਲ ਜਿਹੜਾ ਕਾਂਗਰਸ ਪਾਰਟੀ ਹੈ ਨਾ, ਇਹ ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਹਮੇਸ਼ਾ ਹੀ ਇਹ ਗਰੀਬ ਨਹੀਂ ਮੈਂ ਕਹਿ ਸਕਦਾ, ਜਿਹੜੀ ਵੀ ਹਮੇਸ਼ਾ ਹੀ ਗਰੀਬਾਂ ਦਾ ਖਿਆਲ ਵੀ ਰੱਖਦੀ ਹੈ
ਜੀ ਹਮੇਸ਼ਾ ਇਹਨਾਂ ਲਈ ਹਮੇਸ਼ਾ ਰਿਜ਼ਰਵ ਕੋਟਾ ਹਰ ਚੀਜ਼ ਦੇ ਵਿੱਚ ਹੀ ਰੱਖਿਆ ਹੈ ਜੀ। ਹੋਰ ਕਿਸੇ ਪਾਰਟੀ 'ਚ ਮੈਂ ਨਹੀਂ ਦੇਖੀ ਇਹ ਚੀਜ਼ ਵੀ ਜਿੱਦਾਂ ਵੀ ਇਹ ਗਰੀਬ ਘਰ ਦਾ ਬੱਚਾ ਆ ਉਹਨੂੰ ਪਹਿਲ ਦਿੱਤੀ ਜਾਂਦੀ ਆ ਨੌਕਰੀ ਵੇਲੇ ਬਜਾਏ ਕਿ ਕਿਸੇ ਅਮੀਰ ਦੇ ਬੱਚੇ। ਜਿਹੜੀ ਗੱਲ ਆਪਾਂ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਦੀ ਗੱਲ, ਫਤਿਹ ਸਿੰਘ ਬਾਜਵਾ ਦੇ ਮੁੰਡੇ ਦੀ ਗੱਲ ਕਰਦੇ ਆ, ਉਹ ਤਾਂ ਆਲਰੇਡੀ ਆਪ ਹੀ ਬਿਆਨ ਦੇ ਚੁੱਕੇ ਆ ਕਿ ਸਾਨੂੰ ਇਹ ਨੌਕਰੀ ਨਹੀਂ ਚਾਹੀਦੀ। ਉਹਦੇ ਮੁੰਡੇ ਨੇ ਖੁਦ ਹੀ ਕਹਿ ਦਿੱਤਾ ਕਿ ਮੈਂ ਇਹ ਨੌਕਰੀ ਨਹੀਂ ਲੈਣੀ। ਪਰ ਮੇਰੇ ਆਪਣੇ ਹਿਸਾਬ ਨਾਲ ਇਹ ਆ ਵੀ ਇਹਦੇ ਵਿੱਚ ਨਾ ਗਰੀਬ ਦੇਖਣਾ ਚਾਹੀਦਾ ਨਾ ਅਮੀਰ ਦੇਖਣਾ ਚਾਹੀਦਾ। ਜਿਹੜੀ ਬੱਚੇ ਦੀ ਲਿਆਕਤ ਹੈ, ਬੱਚੇ ਦੀ ਪੜ੍ਹਾਈ ਹੈ, ਉਹਦੀ ਬੱਚੇ ਦੀ ਪੜ੍ਹਾਈ ਦੇ ਹਿਸਾਬ ਦੇ ਨਾਲ ਹਰ ਇੱਕ ਨੂੰ ਬਰਾਬਰ ਨੌਕਰੀ ਦੇਣੀ ਚਾਹੀਦੀ ਹੈ। ਇਹ ਨਹੀਂ ਕਿ ਜ਼ਿਮੀਂਦਾਰ ਦਾ ਮੁੰਡਾ ਹੈ ਅਤੇ ਇਹਨੂੰ ਨਹੀਂ ਜੀ ਇਹ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਇਹਨੂੰ ਨੌਕਰੀ ਮਿਲਣੀ ਹੈ। ਪਰ ਇਹ ਹੁੰਦਾ ਹੈਗਾ। ਮੈਂ ਖੁਦ ਆਪਣੀ ਅੱਖੀ ਦੇਖਿਆ ਕਿ ਮੇਰੇ ਕਜ਼ਨ ਸੀਗਾ ਉਹ ਅਤੇ ਮੇਰਾ ਇੱਕ ਉਹਦਾ ਹੀ ਦੋਸਤ ਸੀਗਾ ਗਾਹਾਂ, ਇੱਕੋ ਹੀ ਪਿੰਡ ਦੇ ਸੀ, ਇਕੱਠੇ ਪੜ੍ਹੇ ਆ, ਇਕੱਠੇ ਰਹੇ। ਪਰ ਮੇਰਾ ਜਿਹੜਾ ਆਪਣਾ ਕਜ਼ਨ ਸੀ ਉਹ ਸਿਰਫ ਟੀਚਿੰਗ ਕਰਨ ਦੇ ਵਿੱਚ ਹੈੱਡ ਮਾਸਟਰ ਤੱਕ ਪਹੁੰਚ ਸਕਿਆ ਅਤੇ ਜਿਹੜਾ ਮੇਰਾ ਦੂਸਰਾ ਉਹਦਾ ਦੋਸਤ ਸੀ ਗਾਹਾਂ ਉਹ ਹਾਈ ਕਮਿਸ਼ਨਰ ਤੋਂ ਬਾਅਦ ਐਂਬੈਸਡਰ ਵੀ ਬਣਿਆ। ਜਿੱਦਾਂ ਕਿ ਮੇਰਾ ਮਤਲਬ ਕਹਿੰਦਾ ਵੀ ਫਰਕ ਹੈ। ਕੋਸ਼ਿਸ਼ ਤਾਂ ਕਰਦੇ ਆ ਵੀ ਜਿਹੜਾ ਗਰੀਬ ਲੋਟ ਬੰਦਾ ਹੈਗਾ ਉਹਨੂੰ ਚੱਕ ਕੇ ਦੂਸਰੇ ਦੇ ਬਰਾਬਰ ਕੀਤਾ ਜਾਵੇ। ਬਿਲਕੁਲ ਦਰੁਸਤ ਗੱਲ ਹੈ ਕਿ ਜੋ ਗਰੀਬ ਆਦਮੀ ਆ ਉਸ ਨੂੰ ਅਪ ਕਰਨਾ ਚਾਹੀਦਾ। ਇੱਥੇ ਵੀ ਇੰਗਲੈਂਡ ਦੇ ਵਿੱਚ ਵੀ ਅਗਰ ਕੋਈ ਗਰੀਬ ਹੋ ਜਾਂਦਾ, ਅਮੀਰ ਸੀ ਗਰੀਬ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਉਹਦੀ ਲੁੱਕ ਆਫਟਰ ਕੀਤੀ ਜਾਂਦੀ। ਉਹਨੂੰ ਇਹ ਨਹੀਂ ਪੁੱਛਿਆ ਜਾਂਦਾ ਤੇਰੇ ਕੋਲ ਤਾਂ ਪਹਿਲਾਂ ਇੰਨਾ ਪੈਸਾ ਸੀ। ਲੇਕਿਨ ਗੱਲ ਅਜੇ ਵੀ ਉੱਥੇ ਹੀ ਖੜੀ ਆ ਕਿ ਜਿਹੜੇ ਲੀਡਰ ਹੈ, ਜਦੋਂ ਹਾਲਾਂਕਿ ਬਿਆਨ ਸਿੰਘ ਵੇਲੇ ਉਹਨਾਂ ਦੇ ਪੋਤੇ ਨੂੰ ਜਾਂ ਜੋ ਵੀ ਸੀਟਾਂ ਮਿਲੀਆਂ, ਮੈਂ ਪਿਛਲੀ ਵਾਰੀ ਕਿਹਾ ਸੀ ਕਿਉਂਕਿ ਉਹਨਾਂ ਦੀ ਕੁਛ ਇਸ ਤਰ੍ਹਾਂ ਨਾਲ ਹੋਇਆ ਸੀ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਹੱਕ ਬਣਦਾ ਸੀ। ਲੇਕਿਨ ਇਹ ਜੋ ਹੁਣ ਨਵੀਂ ਬਾਜਵਾ ਜੀ ਦੀ ਗੱਲ ਹੋਈ ਆ, ਇੱਕ ਹੋਰ ਵੀ ਅਸੀਂ ਕੁਲਵੰਤ ਜੀ ਚੇਤਾ ਭੁੱਲ ਰਹੇ ਕਿ ਨਵਜੋਤ ਸਿੰਘ ਸਿੱਧੂ ਵੀ ਜਦੋਂ ਸਿਆਸਤ 'ਚ ਆਇਆ, ਕਾਂਗਰਸ 'ਚ ਆਇਆ, ਉਸ ਦੇ ਵੀ ਪਰਿਵਾਰ ਨੂੰ ਇਹ ਨੌਕਰੀ ਆਫਰ ਹੋਈ ਸੀ ਲੇਕਿਨ ਉਹ ਵੀ ਵਾਪਸ ਹੋਈ ਸੀ। ਬਹੁਤ ਸਾਰਾ ਰੌਲਾ ਪਿਆ ਸੀ। ਚਾਹਲ ਜੀ ਮੈਂ ਤੁਹਾਡੀ ਗੱਲ ਦੇ ਨਾਲ ਹੁਣ ਫੇਰ ਗੱਲ ਰਿਲੇਟ ਕਰਦਾ ਵੀ ਇਹ ਤੁਸੀਂ ਗੱਲ ਕਰ ਰਹੇ ਆ, ਆਪਾਂ ਸਾਰੇ ਗੱਲ ਕਰ ਰਹੇ ਹਾਂ ਕਾਂਗਰਸ ਦੀ, ਜਿਹੜੀ ਕਾਂਗਰਸ ਦੇ MLA ਫਤਿਹ ਜੰਗ ਸਿੰਘ ਬਾਜਵਾ ਜਿਨ੍ਹਾਂ ਦੇ ਲੜਕੇ ਨੂੰ ਤਰਸ ਦੇ ਆਧਾਰ 'ਤੇ ਗੌਰਮੈਂਟ ਨੇ ਕਿਹਾ ਆ ਕਿ ਅਸੀਂ ਉਹਨੂੰ ਨੌਕਰੀ ਦਿੱਤੀ ਆ। ਦੇਖੋ ਜਿਨ੍ਹਾਂ ਦਾ ਨਾਮ ਅਰਜੁਨ ਪ੍ਰਤਾਪ ਸਿੰਘ ਬਾਜਵਾ, ਸੋ ਉਹਨਾਂ ਨੇ ਕਾਨਫਰੰਸ ਵੀ ਕੀਤੀ ਆ। ਦੇਖੋ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਕੈਪਟਨ ਨੇ ਕਿਹਾ ਕਿ ਨੌਕਰੀ ਦਿੱਤੀ ਆ ਕਿਉਂਕਿ ਉਹਨਾਂ ਦੇ ਦਾਦੇ ਦੀ ਜਿਹੜੀ ਆ ਕੁਰਬਾਨੀ ਦੇਸ਼ ਦੇ ਲਈ ਸੀਗੀ ਜਾਂ ਪੰਜਾਬ ਦੇ ਲਈ ਸੀ, ਜਿਹੜਾ ਕਿ ਸਰਦਾਰ ਸਤਨਾਮ ਸਿੰਘ ਬਾਜਵਾ ਸੀ ਉਹਨਾਂ ਦਾ ਨਾਂ। ਸੋ ਚਾਹਲ ਜੀ ਇੱਥੇ ਗੱਲ ਇਹ ਆਉਂਦੀ ਆ ਵੀ ਜੇਕਰ ਉਹਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲ ਸਕਦੀ ਆ, ਜਿਹੜੇ ਪਹਿਲਾਂ ਹੀ ਆਲਰੇਡੀ ਮਿਲੀਅਨੇਰ ਆ, ਜਾਂ ਆਪਾਂ ਇਹਨਾਂ ਕੰਟਰੀਆਂ ਦੀ ਗੱਲ ਕਰੀਏ ਜਾਂ ਕਰੋੜਾਂਪਤੀ ਆ, ਲੱਖਾਂਪਤੀ ਆ, ਰਾਈਟ, ਉਹਨਾਂ ਕੋਲ ਪਹਿਲਾਂ ਹੀ ਉਹ MLA ਦੀ ਅਹੁਦੇਦਾਰ ਨੇ, ਉਹਨਾਂ ਦੇ ਫਾਦਰ ਸਾਹਿਬ। ਅਤੇ ਦੂਜੀ ਗੱਲ ਜੇ ਆਉਂਦੀ ਆ, ਆਪਾਂ ਗੱਲ ਕਰਦੇ ਹਾਂ ਵੀ ਜੇਕਰ ਉਹਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ ਆ, ਕੀ ਜਿਹੜੇ BA ਪਾਸ, ETT, ਟੈਟ ਪਾਸ ਟੀਚਰ ਆ, ਜਿਹੜੇ ਸਿੱਖਿਆ ਵਿਭਾਗ ਦੀਆਂ ਬਿਲਡਿੰਗਾਂ 'ਤੇ ਚੜ੍ਹੇ ਫਿਰਦੇ ਆ, ਜਿਹੜੇ ਇੱਕ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜੀਆਂ, ਜਿਨ੍ਹਾਂ ਦੇ ਨਿਆਣੇ ਭੁੱਖੇ ਮਰ ਰਹੇ ਆ, ਕੀ ਉਹ ਲੋਕ ਉਸ ਦੇਸ਼ ਦੇ ਨਹੀਂ ਹੈਗੇ? ਕੀ ਉਹਨਾਂ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ? ਉਹਨਾਂ ਨੂੰ ਜੇਕਰ ਨੌਕਰੀਆਂ ਨਹੀਂ ਹੈਗੀਆਂ ਜਾਂ ਉਹਨਾਂ ਕੋਲ ਉਹਨਾਂ ਲਈ ਤਰਸ ਨਹੀਂ ਹੈਗਾ, ਕੀ ਉਸ MLA ਦੇ ਮੁੰਡੇ ਦੇ ਲਈ ਕਿੱਦਾਂ ਤਰਸ ਆ? ਗੱਲ ਇੱਥੇ ਆ ਆਉਂਦੀ ਆ। ਦੇਖੋ ਅਸੀਂ ਹਸਪੀਟਲ ਜਾਂ ਜਿਹੜੇ ਮੈਡੀਕਲ ਸੈਕਟਰ ਆ ਉਹਦੇ ਵਿੱਚ ਅਸਾਮੀਆਂ ਕਿੰਨੀਆਂ ਖਾਲੀ ਪਈਆਂ, ਚਾਹੇ ਉਹ ਬਿਜਲੀ ਬੋਰਡ ਲਾ ਲਓ, ਕੀ ਹਾਲ ਹੋ ਗਿਆ ਸਾਡਾ। ਪ੍ਰਾਈਵੇਟ ਸੈਕਟਰ ਕਰੀ ਜਾ ਰਹੇ ਹਾਂ ਅਸੀਂ, ਸਾਰਾ ਸਰਕਾਰੀ ਢਾਂਚੇ ਨੂੰ ਵੇਚੀ ਜਾ ਰਹੇ ਹਾਂ, ਰੈਵਨਿਊ ਸਰਕਾਰ ਨੂੰ ਆਉਂਦਾ ਨਹੀਂ। ਸੋ ਇਹ ਚਾਹਲ ਜੀ ਹਾਸੋਹੀਣੀ ਗੱਲ ਹੈ। ਜਿਹੜੀ ਤੁਸੀਂ ਨਵਜੋਤ ਸਿੱਧੂ ਦੀ ਗੱਲ ਕੀਤੀ ਹੈ ਵੀ ਉਹਦੇ ਲੜਕੇ ਨੂੰ ਵੀ ਨੌਕਰੀ ਮਿਲੀ ਸੀਗੀ, ਤਾਂ ਉਹਨੇ ਆਪਣੀ ਇਹ ਆਪ ਕਾਨਫਰੰਸ ਕਰਕੇ ਕਿਹਾ ਵੀ ਮੇਰੇ ਲੜਕੇ ਨੇ ਇਹ ਲੱਤ ਮਾਰ ਦਿੱਤੀ ਇਹਨੂੰ ਵੀ ਮੈਂ ਇਹ ਨੌਕਰੀ ਨਹੀਂ ਕਰਨੀ, ਜੇ ਮੈਨੂੰ ਵੀ ਤਰਸ ਦੇ ਆਧਾਰ 'ਤੇ ਦਿੱਤੀ ਹੈ ਜਾਂ ਮੈਨੂੰ ਸਿਰਫ ਕਾਣਾ ਕਰਨ ਲਈ ਕੀਤੀ ਆ, ਸੋ ਮੈਂ ਇਹ ਨੌਕਰੀ ਨਹੀਂ ਕਰਨੀ। ਸੋ ਇਹ ਵਧੀਆ ਗੱਲ ਸੀਗੀ ਜੀ। ਇੱਕ ਆਖਰੀ ਕੋਲ ਲਵਾਂਗੇ, ਉਸ ਤੋਂ ਬਾਅਦ ਲੇਖਰਾਜ ਜੀ ਨਾਲ ਗੱਲ ਹੋਏਗੀ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ। ਜਿਹੜੀ ਆਰਗੂਮੈਂਟ ਚੱਲ ਰਹੀ ਹੈ, ਦੇਖੋ ਸਿਆਲ ਸਾਹਿਬ, ਇੱਕ ਮੈਂ ਗੱਲ ਕਹਿਣੀ ਚਾਹੁੰਦਾ ਜੀ। ਅੱਜ ਜਿਹੜਾ ਜ਼ਮਾਨਾ ਆ ਉਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਆ ਜੀ। ਤੁਸੀਂ ਆਪੇ ਕਿਹਾ ਸੀ ਕਿ ਨੌਕਰੀਆਂ ਘੱਟ ਜਾਣਗੀਆਂ ਜੀ, ਪਰ ਇਹ ਹੋਣ ਵਾਲੀ ਗੱਲ ਹੈ ਜੀ। ਦੂਜੀ ਜਿਹੜੀ ਤੁਸੀਂ ਮਨਮੋਹਨ ਸਿੰਘ ਦੀ ਗੱਲ ਕਰਦੇ ਸੀ, ਮਨਮੋਹਨ ਸਿੰਘ ਨੂੰ ਜਿਹੜੀ ਫਾਈਨੈਂਸ ਮਿਨਿਸਟਰ ਬਣਾਇਆ ਸੀ ਉਹ ਨਰਸਿਮਹਾ ਰਾਓ ਨੇ ਨਹੀਂ ਸੀ ਬਣਾਇਆ ਜੀ।
ਇੰਟਰਨੈਸ਼ਨਲ ਮੋਨਿਟਰੀ ਫੰਡ ਦੀ ਹਮਾਇਤ ਦੇ ਉੱਤੇ ਉਹ ਬਣਿਆ ਸੀ ਜੀ। ਇੱਕ ਤਾਂ ਇਹ ਗੱਲ ਆ। ਦੂਜੀ ਗੱਲ, ਹੁਣ ਦੇਖੋ ਨੌਕਰੀ ਦੀ ਗੱਲ ਆ, ਜਿਹੜੇ ਲੋਕ ਗਰੀਬ ਆ ਜੀ, ਜਿਹੜੇ ਪੋਲੀਟੀਸ਼ੀਅਨ ਆ, ਉਹ ਇਸ ਪਾਸੇ ਨਹੀਂ, ਇਸ ਕਰਕੇ ਨਹੀਂ ਆਉਂਦੇ ਕਿ ਅਸੀਂ ਗਰੀਬਾਂ ਦੀ ਮਦਦ ਕਰਨੀ ਹੈ ਜਾਂ ਉਹਨਾਂ ਨੂੰ ਪੜ੍ਹਾਉਣਾ ਹੈ ਜਾਂ ਉਹਨਾਂ ਨੂੰ ਸਕਿਲਫੁਲ ਬਣਾਉਣਾ ਹੈ। ਉਹ ਇੱਕ ਕਿਸਮ ਦਾ ਇੱਕ ਜੌਬ ਹੈ। ਇਹ ਪ੍ਰੈਕਟੀਕੈਲਿਟੀ ਜਿਹੜੀ ਆ ਪੋਲੀਟਿਕਸ ਦੀ, ਉਹਨੂੰ ਸਮਝਣਾ ਪਏਗਾ। ਜਿੰਨੇ ਵੀ ਬੁਲਾਰੇ ਆ, ਮੈਂ ਬਹੁਤ ਧਿਆਨ ਨਾਲ ਸੁਣ ਰਿਹਾ, ਬਹੁਤ ਅੱਛੇ ਬੋਲਦੇ ਆ, ਬਹੁਤ ਅੱਛੇ ਤਰੀਕੇ ਨਾਲ ਗੱਲ ਕਰਦੇ ਆ, ਪਰ ਇੱਕ ਚੀਜ਼ ਉਹ ਮਿਸ ਕਰ ਜਾਂਦੇ ਆ ਕਿ ਜਿਹੜੇ ਪੋਲੀਟੀਸ਼ੀਅਨ ਆ, ਜੋ ਅੱਜ ਕੱਲ੍ਹ ਪੋਲੀਟਿਕਸ ਅਰੀਨੇ 'ਚ ਹੋ ਰਿਹਾ ਜੀ, ਉਹ ਕਿੱਦਾਂ ਹੋ ਰਿਹਾ, ਕਿਉਂ ਹੋ ਰਿਹਾ, ਉਹਨੂੰ ਸਮਝਣ ਦੀ ਲੋੜ ਹੈ ਜੀ। ਜੇ ਤੁਸੀਂ ਉਹਨੂੰ ਨਹੀਂ ਸਮਝਦੇ ਤਾਂ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਆ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ, ਪਰ ਹੁੰਦੀਆਂ ਨਹੀਂ ਗੀਆਂ, ਐਕਚੁਅਲੀ ਹੁੰਦੀਆਂ ਨਹੀਂ ਆ। ਸੋ ਕਹਿਣ ਦਾ ਭਾਵ ਹੈ ਕਿ ਇਹਦੀ ਪ੍ਰੈਕਟੀਕੈਲਿਟੀ ਜਿਹੜੀ ਆ, ਉਹਨੂੰ ਸਮਝਣ ਦੀ ਲੋੜ ਹੈ। ਪੋਲੀਟੀਸ਼ੀਅਨ ਜਾਂਦੇ ਆ, MLA ਬਣਦੇ ਆ ਜੀ, ਔਰ ਕਈ ਪੋਲੀਟੀਸ਼ੀਅਨ ਗਰੀਬਾਂ ਦੇ ਘਰਾਂ 'ਚ ਵੀ ਜਾਂਦੇ ਹੋਣਗੇ ਜੀ, ਤੇ ਉਹ ਕਿੰਨੇ ਕੁ ਗਰੀਬਾਂ ਦਾ ਫਾਇਦਾ ਕਰਦੇ ਹੋਣਗੇ, ਇਹ ਤੁਸੀਂ ਦੇਖ ਹੀ ਲਿਆ, ਤੁਸੀਂ ਆਪ ਬਿਆਨ ਕਰਦੇ ਆ। ਸੋ ਕਹਿਣ ਦਾ ਭਾਵ ਹੈ ਕਿ ਜੇ ਅੱਜ 5.5 ਕਰੋੜ ਰੁਪਇਆ ਕਿ MLA ਲਾਉਂਦਾ ਆ ਜੀ, ਔਰ ਉਹ ਪੋਲੀਟਿਕਸ ਹਮੇਸ਼ਾ ਵਾਸਤੇ ਰਹਿਣ ਦਾ ਚਾਹਵਾਨ ਹੈ ਔਰ ਦੁਬਾਰਾ ਉਹ ਫੇਲ ਹੋ ਜਾਂਦਾ, ਤਾਂ ਤੁਹਾਡਾ ਕੀ ਖਿਆਲ ਹੈ ਕਿ ਉਹ ਪੈਸੇ ਨਹੀਂ ਕਮਾਊਗਾ? ਕਮਾਏਗਾ ਜੀ। ਕਿਆ ਤੁਹਾਡਾ ਖਿਆਲ ਹੈ ਕਿ ਲੋਕਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਵੱਲ ਜ਼ਿਆਦਾ ਧਿਆਨ ਦਊਗਾ? ਨਹੀਂ। ਸੋ ਕੋਈ ਵੀ ਪਾਰਟੀ ਹੋਵੇ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਹੈ, ਚਾਹੇ BSP ਹੈ, ਚਾਹੇ ਆਪ ਪਾਰਟੀ ਆ, ਇਹ ਪਾਰਟੀਆਂ ਜਿਹੜੀਆਂ ਆਪਣਾ ਵਫਾ ਸੋਚਦੀਆਂ ਜੇ ਅਸੀਂ ਗਵਰਨਮੈਂਟ ਕਿੱਦਾਂ ਬਣਾਉਣੀ ਆ ਤੇ ਆਪਣੀਆਂ ਗੱਲਾਂ ਕਿੱਦਾਂ ਕਰਵਾਉਣੀਆਂ। ਜਿਹੜੀ ਜਦੋਂ ਤੱਕ ਇਹ ਪੋਲੀਟਿਕਸ ਦੇ ਵਿੱਚ ਸੁਧਾਰ ਨਹੀਂ ਆਏਗਾ ਕਿ ਅਸੀਂ ਜਿਹੜੇ ਹਿੰਦੁਸਤਾਨ ਦੇ ਜਾਂ ਭਾਰਤ ਦੇ ਲੋਕ ਆ ਉਹਨਾਂ ਨੂੰ ਤਕੜੇ ਕਰਨਾ ਆ, ਉਹਨਾਂ 'ਚ ਇਹ ਗੱਲਾਂ ਬੇਮਾਨੀ ਹੋ ਜਾਣਗੀਆਂ। ਧੰਨਵਾਦ ਜੀ, ਬਹੁਤ ਮਿਹਰਬਾਨੀ। ਕਿਤੇ ਨਾ ਕਿਤੇ ਤੁਸੀਂ ਸੱਚ ਵੀ ਕਹਿ ਸਕਦੇ, ਲੇਕਿਨ BSP ਤੇ ਆਪਾਂ ਹਜੇ ਨਹੀਂ, ਕਿਉਂਕਿ ਉਹ ਤਾਂ ਕਿਤੇ ਜਿੱਤੀ ਨਹੀਂ ਹੈ। ਜੇ ਤਾਂ ਜਿੱਤੀ ਹੋਵੇ ਫਿਰ ਆਪਾਂ ਕਹਿ ਸਕਦੇ ਵੀ ਉਹਨਾਂ ਨੇ ਕਿਤੇ ਕੁਛ ਖਾਧਾ ਵੀ ਹੋਵੇ। ਬਾਕੀ ਤੁਹਾਡੇ ਆਪਣੇ ਵਿਚਾਰ ਨੇ। ਲੇਖਰਾਜ ਜੀ, ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਹੋ ਚੁੱਕਿਆ ਜੀ। ਇਸ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਕਿ ਜਿਹੜੀਆਂ ਸਰਕਾਰੀ ਮਿਲਦੀਆਂ ਨੇ ਨੌਕਰੀਆਂ ਲੀਡਰਾਂ ਨੂੰ, ਤੁਹਾਡੇ ਰਾਜ 'ਚ ਵੀ ਇੱਦਾਂ ਹੋਇਆ ਕਰੇਗਾ? ਦੇਖੋ, ਬਹੁਜਨ ਸਮਾਜ ਪਾਰਟੀ ਨੂੰ ਪਹਿਲਾਂ ਤਾਂ ਪੰਜਾਬ ਦੇ ਵਿੱਚ ਮੌਕਾ ਨਹੀਂ ਮਿਲਿਆ, ਸੋ ਮੈਂ ਉਮੀਦ ਕਰਦਾ ਹਾਂ ਇਸ ਵਾਰੀ ਪੰਜਾਬ ਦੇ ਲੋਕ ਜ਼ਰੂਰ ਮੌਕਾ ਦੇਣਗੇ। ਇਹ ਜਿਹੜੀ ਭਵਿੱਖ ਦੇ ਵਿੱਚ ਜਿਹੜੀ ਗੱਲ ਹੈਗੀ ਆ, ਸੋ ਜੋ ਬਹੁਜਨ ਸਮਾਜ ਪਾਰਟੀ ਭਾਰਤੀ ਸੰਵਿਧਾਨ ਦੇ ਮੁਤਾਬਕ ਕੰਮ ਕਰੂਗੀ, ਭਾਰਤੀ ਸੰਵਿਧਾਨ ਨੂੰ ਮੰਨਦੀ ਹੋਈ ਉਹਦੇ ਤਹਿਤ ਜੋ ਵੀ ਅਧਿਕਾਰ ਹੋਣਗੇ, ਜੋ ਵੀ ਨੌਕਰੀ ਦੇ ਜੋ ਵੀ ਭਲਾਈ ਸਕੀਮਾਂ ਹੋਣਗੀਆਂ, ਉਹਦੇ ਤਹਿਤ ਹੀ ਕੰਮ ਕਰੂਗੀ ਬਹੁਜਨ ਸਮਾਜ ਪਾਰਟੀ ਜੀ। ਓਕੇ ਜੀ, ਹਾਂਜੀ ਲੇਖਰਾਜ ਜੀ, ਮੋਗੀ ਜੀ ਕਾਲ ਲਈ। ਜੈ ਗੁਰਦੇਵ, ਜੈ ਭੀਮ ਜੀ। ਹੈਲੋ ਹੈਲੋ, ਹਾਂਜੀ ਚਾਲ ਸਾਹਿਬ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ, 1.5 ਮਿੰਟ ਆ ਜੀ, ਗੱਲ ਕਰੋ ਜੀ। ਹਾਂ ਰਾਈਟ, ਮੈਂ ਬੰਗੜ ਬੋਲਦਾ ਜੀ, ਬੋਲਮਟਨ ਤੋਂ। ਹਾਂਜੀ ਬੰਗੜ ਸਾਹਿਬ, ਹੋਰ ਕਿੱਦਾਂ? ਠੀਕ ਆ, ਸਭ ਠੀਕ ਹੈ ਭਾਜੀ। ਗੱਲ ਇਹ ਆਪਣੇ ਜਿਹੜਾ ਆਪਣੇ ਰਵਨੀਤ ਬਿੱਟੂ MP ਨੇ ਇਹ ਸ਼ੋਸ਼ਾ ਛੱਡਿਆ ਹੈਗਾ ਹੈ ਨਾ ਜੀ, ਤਾਂ ਬਾਅਦ ਵਿੱਚ ਇਹ ਲੋਕੀ ਆਪਾਂ ਨੂੰ ਜਿੰਨਾ ਮਰਜ਼ੀ ਆਪਾਂ ਇਹਨਾਂ ਦੇ ਵਿੱਚ ਮਿਕਸ ਅਪ ਹੋਈਏ, ਪਰ ਇਹ ਲੋਕੀ ਸਾਨੂੰ ਦਿਲੋਂ ਨਹੀਂ ਚਾਹੁੰਦੇ ਹੈ ਨਾ ਬੰਗੜ ਸਾਹਿਬ। ਇਹ ਵਿਸ਼ਾ ਅਸੀਂ ਪਿਛਲੇ ਮੰਗਲਵਾਰ ਕਰ ਚੁੱਕੇ ਸੀ, ਹੁਣ ਇਹ ਨਹੀਂ ਹੈਗਾ ਅੱਜ। ਮਾਫ ਕਰਨਾ, ਮੈਂ ਅਗਲੀ ਵੀਕ ਕੇ ਪਹਿਲਾਂ ਜਿਹੜਾ ਕਾਲ ਹੋਏਗੀ ਉਹ ਤੁਹਾਡੀ ਹੋਏਗੀ। ਤੁਸੀਂ 15 ਮਿੰਟ ਗੱਲ ਕਰ ਲਿਓ, 10 ਮਿੰਟ ਕਰ ਲਿਓ, ਲੇਕਿਨ ਹੁਣ ਸਾਡੇ ਕੋਲ ਮਿੰਟ ਖਤਮ ਹੋ ਗਿਆ। ਚਲੋ, ਥੈਂਕ ਯੂ ਜੀ। ਤੁਸੀਂ ਕੁਝ ਕਹਿਣ ਲੱਗੇ ਬਲਵੀਰ ਜੀ? ਹਾਂਜੀ ਜੀ, ਚਾਲ ਸਾਹਿਬ, ਆਪਾਂ ਡਿਸਕਸ਼ਨ ਤਾਂ ਬਥੇਰੀ ਕਰ ਲਈ, ਪਰ ਮੈਂ ਅਖੀਰ 'ਤੇ ਇਹੀ ਕਹਿਣਾ ਚਾਹੁੰਦਾ ਕਿ ਅੱਛੇ ਇਨਸਾਨ, ਚੰਗੇ ਇਨਸਾਨ ਜਾਂ ਇਮਾਨਦਾਰ ਇਨਸਾਨ ਜਿਹੜੇ ਆ, ਉਹ ਦੁਨੀਆ 'ਤੇ ਹਮੇਸ਼ਾ ਲੋਕੀ ਉਹਨਾਂ ਨੂੰ ਯਾਦ ਕਰਦੇ ਆ ਅਤੇ ਕਰਦੇ ਰਹਿਣਗੇ। ਇਸ ਵੇਲੇ ਮੈਂ ਗੱਲ ਕਰਦਾ ਡਾਕਟਰ ਮਨਮੋਹਨ ਸਿੰਘ ਦੀ, ਜਦੋਂ ਇਹ ਪ੍ਰਧਾਨ ਮੰਤਰੀ ਬਣੇ ਆ, ਉਹ ਸਾਡੇ ਇੱਕ ਸ਼ਹਿਰ ਆ ਜੰਡੂ ਲਿਤਰਾ ਵਾਲਾ, ਮੇਰੇ ਖਿਆਲ ਤੁਸੀਂ ਵੀ ਸੁਣਿਆ ਹੋਣਾ। ਜੀ ਜੀ ਜੀ। ਉਹਨੇ 2-3 ਲਾਈਨਾਂ ਲਿਖੀਆਂ ਸੀ, ਮੈਂ ਕਹਿਣਿਆ ਤਾਂ ਅਰਸ਼ਾਦ ਜੀ, ਤੁਹਾਡੇ ਕੋਲ ਟਾਈਮ ਦੇਖ ਲਿਓ। ਹਾਂਜੀ। ਸਾਫ਼ ਕੁੜਤਾ ਤੇ ਸਾਫ਼ ਹੀ ਦਿਲ ਲੈ ਕੇ
सिर ते बन के सोहनी दस्तार बैठा, सूझवान सज्जण ते ईमान वाला, पार्लीमेंट विच लाई दरबार बैठा, बे हिंदुस्तान दी टीसी दी चेयर उत्ते पहली बार कोई सिख सरदार बैठा। वाह जी, थैंक यू भाई। ओके, बहुत मेहरबानी जी। प्यारे दर्शकों, ਸਾਡੇ ਕੋਲ ਸਮਾਂ, ਮੈਂ ਬੰਗੜ ਸਾਹਿਬ ਤੋਂ ਮਾਫੀ ਚਾਹਾਂਗਾ, ਲੰਡਨ ਵਾਲੇ ਜਿਨ੍ਹਾਂ ਦੀ ਕਾਲ ਸੀ ਹੁਣੇ, ਲੇਕਿਨ ਕਿਉਂਕਿ ਟਾਈਮ ਦੀ ਕਮੀ ਸੀ ਔਰ ਇਸ ਵੇਲੇ ਸਮੇਟਣਾ ਵੀ ਹੁੰਦਾ, ਕੋਈ ਜਵਾਬ ਵੀ ਸ਼ੁਰੂ ਕਰ ਲਈਏ, ਗੱਲ ਬਾਹਰ ਵੀ ਆਪਣੇ ਤਰੀਕੇ ਨਾਲ ਨਾ ਜਾਵੇ, ਫਿਰ ਉਹਦੇ ਪ੍ਰਭਾਵ ਜਿਹੜੇ ਆ ਉਹ ਹੋਰ ਤਰ੍ਹਾਂ ਦੇ ਸ਼ੁਰੂ ਹੋ ਜਾਂਦੇ, ਕਟਿੰਗ ਹੋਰ ਤਰ੍ਹਾਂ ਦੀਆਂ ਪੈ ਕੇ ਨੈੱਟ 'ਤੇ ਸ਼ੁਰੂ ਹੋ ਜਾਂਦੀਆਂ। ਬੀਤੇ ਦਿਨੀ ਸਰਦਾਰ ਮਿਲਖਾ ਸਿੰਘ ਜੀ, ਜਿਨ੍ਹਾਂ ਨੂੰ ਉੱਡਣਾ ਸਿੱਖ ਕਿਹਾ ਗਿਆ ਸੀ ਪਾਕਿਸਤਾਨ ਦੇ ਵਿੱਚ, ਜਿਹਨਾਂ ਨੂੰ ਪਹਿਲੀ ਵਾਰੀ ਫਲਾਇੰਗ ਸਿੰਘ ਦਾ ਖਿਤਾਬ ਮਿਲਿਆ, ਉਹ ਸਾਡੇ ਵਿੱਚ ਨਹੀਂ ਰਹੇ। ਹਾਲਾਂਕਿ ਖਬਰ ਕਈ ਦਿਨਾਂ ਦੀ ਆ, ਸਾਡੇ ਪ੍ਰੋਗਰਾਮ 'ਚ ਪਹਿਲੇ ਦਿਨ ਆ, ਔਰ ਅਸੀਂ ਉਹਨਾਂ ਦੇ ਲਈ ਇੱਥੋਂ ਸੱਚੀ ਸ਼ਰਧਾਂਜਲੀ ਪੇਸ਼ ਕਰਦੇ ਹਾਂ, ਕਿਉਂਕਿ ਉਹਨਾਂ ਨੇ ਭਾਰਤ ਦਾ ਨਾਮ ਬਹੁਤ ਰੋਸ਼ਨ ਕੀਤਾ। ਆਪ ਦੱਸਦੇ ਕਿ ਜਦੋਂ ਭਾਰਤ ਦਾ ਝੰਡਾ ਉਹਨਾਂ ਦੇ ਬੇਲੇ ਝੁਲਦਾ ਸੀ ਤਾਂ ਉਹ ਬੜੇ ਖੁਸ਼ ਹੁੰਦੇ ਸੀ। ਸੋ ਉਹਨਾਂ ਨੂੰ ਸਾਡਾ ਵੱਲੋਂ ਬਹੁਤ ਬਹੁਤ ਨਿੱਘੀ ਸ਼ਰਧਾਂਜਲੀ ਆ। ਕੁਲਵੰਤ ਜੀ ਵੀ ਬਿਲਕੁਲ ਜੀ, ਚਾਹਲ ਜੀ 91 ਸਾਲ ਦੀ ਉਮਰ ਉਹ ਭੋਗ ਕੇ ਗਏ ਆ, ਸੋ ਅਸੀਂ ਉਹਨਾਂ ਨੂੰ ਸ਼ਰਧਾ ਦੇ ਜਿਹੜੇ ਫੁੱਲ ਆ ਉਹ ਭੇਂਟ ਕਰਦੇ ਆ। ਦੇਖੋ, ਬਹੁਤ ਵਧੀਆ ਇਨਸਾਨ ਸੀਗੀ, ਉਹਨਾਂ ਦੀ ਜਿਹੜੀ ਆਪਾਂ ਜੀਵਨੀ ਬਾਰੇ ਸਾਰਿਆਂ ਨੂੰ ਪਤਾ ਆ ਕਿ ਭਾਰਤ ਦੇ ਲਈ ਉਹਨਾਂ ਨੇ ਖੇਡਿਆ। ਉਹਨਾਂ ਦੀ ਵਾਈਫ ਵੀ ਥੋੜ੍ਹੇ ਦਿਨ ਪਹਿਲਾਂ ਉਹਨਾਂ ਦੀ ਵੀ ਐਕਸਪਾਇਰ ਹੋ ਗਿਆ ਉਹ। ਸੋ ਕੁਲਵੰਤ ਜੀ, ਬਹੁਤ ਮਿਹਰਬਾਨੀ, ਤੁਸੀਂ ਆਏ ਔਰ ਬਹੁਤ ਵਧੀਆ ਪ੍ਰੋਗਰਾਮ ਦਿੱਤਾ, ਤੁਹਾਡਾ ਵੀ ਧੰਨਵਾਦ। ਲੇਖਰਾਜ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਔਰ ਇਸ ਡਿਸਕਸ਼ਨ ਦੇ ਵਿੱਚ ਬਹੁਤ ਵਧੀਆ ਰਹੇ। ਬਲਵੀਰ ਜੀ, ਤੁਹਾਡੀ ਵੀ ਬਹੁਤ ਮਿਹਰਬਾਨੀ, ਤੁਸੀਂ ਵੀ ਬੜੀ ਵਧੀਆ ਚਰਚਾ ਕੀਤੀ ਆ। ਸੋ ਪਿਆਰੇ ਦਰਸ਼ਕੋ, ਕਿਸੇ ਵੀ ਗੱਲ 'ਤੇ ਅਗਰ ਮੈਂ ਕਿਸੇ ਦਾ ਮਨ ਦੁਖਾਇਆ ਹੋਊਗਾ, ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਚਾਹਾਂਗਾ। ਮੇਰਾ ਕਦੀ ਵੀ ਹਰਗਿਜ਼ ਇਹ ਨਿਸ਼ਚੈ ਨਹੀਂ ਰਿਹਾ, ਕਦੀ ਵੀ ਸੋਚ ਸਮਝ ਕੇ ਗੱਲ ਨਹੀਂ ਕੀਤੀ ਕਿ ਕਿਸੇ ਨੂੰ ਕਿਸੇ ਦਾ ਹਿਰਦੇ ਜਿਹੜਾ ਆ ਉਹ ਦਿਖਾਇਆ ਜਾਏ। ਸੋ ਅਗਰ ਜਾਣੇ ਅਣਜਾਣੇ ਮੈਂ ਕਿਸੇ ਨੂੰ ਕੋਈ ਗਲਤ ਕਹਿ ਗਿਆ ਹੋਵਾਂ ਤਾਂ ਮੈਂ ਉਹਦੀ ਮਾਫੀ ਚਾਹਾਂਗਾ। ਅਗਲਾ ਪ੍ਰੋਗਰਾਮ ਵੀਰਵਾਰ ਦਾ ਕਿਵੇਂ ਹੋਏਗਾ, ਘੰਟੇ ਦਾ ਹੋਏਗਾ, 2 ਘੰਟੇ ਦਾ ਹੋਏਗਾ, ਹਜੇ ਸਾਨੂੰ ਨਹੀਂ ਪਤਾ। ਸੋ ਅਗਲੀ ਵੀਕ ਕੇ ਅਸੀਂ, ਲੇਕਿਨ 7 ਤੋਂ 8 ਤਾਂ ਸਾਡਾ ਪੱਕਾ, ਫਿਰ ਪਹਿਲੇ ਸਾਥੀਆਂ ਦੇ ਨਾਲ ਆਵਾਂਗੇ। ਸਾਡੇ ਭਗਵਾਨ ਜੀ ਠੀਕ ਨਹੀਂ ਆ ਸਿਹਤ ਪੱਖੋਂ, ਉਹ ਵੀ ਛੇਤੀ ਕੰਮ ਸੇਵ ਜਾਪਦਾ ਹੋਣਗੇ ਅਤੇ ਤੁਹਾਡੇ ਨਾਲ ਦਰਸ਼ਨ ਕਰਾਂਗੇ ਉਹਨਾਂ ਦੇ ਵੀ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ, ਜੈ ਗੁਰਦੇਵ, ਜੈ